ਰੋਜ਼ਾਨਾ ਲੋਕਨਾਥ ਟੀਵੀ ਦਾ ਵਿਸ਼ੇਸ਼ ਪ੍ਰੋਗਰਾਮ ਲੋਕਮਾ ਸੱਚ ਦੇਖ ਰਹੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਦੀ ਆਪਸੀ ਖਿੱਚੋਤਾਣ ਨੂੰ ਲੈ ਕੇ। ਦੱਸ ਦਈਏ ਕਿ ਕੈਪਟਨ ਅਮਰਿੰਦਰ ਸਿੰਘ ਪਹਿਲੀ ਵਾਰੀ ਇੰਨੇ ਬੇਵੱਸ ਹੁੰਦੇ ਦਿਖਾਈ ਦੇ ਰਹੇ ਨੇ। ਪਹਿਲੀ ਵਾਰੀ ਪੰਜਾਬ ਦੇ ਇਤਿਹਾਸ ਦੇ ਵਿੱਚ ਕੋਈ ਪੰਜਾਬ ਦਾ ਲੀਡਰ, ਕੋਈ ਆਪਣੀ ਹੀ ਪਾਰਟੀ ਦਾ ਲੀਡਰ ਕੈਪਟਨ ਅਮਰਿੰਦਰ ਸਿੰਘ ਦੇ ਉੱਪਰ ਨਵਜੋਤ ਸਿੰਘ ਸਿੱਧੂ ਦੇ ਰੂਪ ਦੇ ਵਿੱਚ ਹਾਵੀ ਹੁੰਦਾ ਦਿਖਾਈ ਦੇ ਰਿਹਾ ਹੈ। ਤੇ ਲੱਗ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਖੂੰਜੇ ਲਾ ਦਿੱਤਾ ਜਾਵੇ ਅਤੇ ਉਹਨਾਂ ਦੀ ਜਗ੍ਹਾ ਜਿਹੜੇ ਨਵਜੋਤ ਸਿੰਘ ਸਿੱਧੂ ਨੂੰ ਮਿਲ ਜਾਵੇ। ਬਹੁਤ ਸਾਰੇ ਸੱਜਣ, ਬਹੁਤ ਸਾਡੇ ਜਿਹੜੇ ਦਰਸ਼ਕ ਹੈ ਉਹ ਹੋ ਸਕਦਾ ਹੈ ਕਿ ਸਾਡੀ ਇਸ ਗੱਲ ਦੇ ਨਾਲ ਸਹਿਮਤ ਨਾ ਵੀ ਹੋਣ, ਪਰ ਅਸੀਂ ਗੱਲਬਾਤ ਕਰਾਂਗੇ ਤੱਥਾਂ ਦੇ ਆਧਾਰਿਤ। ਉਹਨਾਂ ਦੇ ਸਾਡੇ ਨਾਲ ਨਾ ਸਹਿਮਤ ਹੋਣ ਪਿੱਛੇ ਵੀ ਵੱਡਾ ਕਾਰਨ ਹੈ, ਵੱਡਾ ਇਤਿਹਾਸ ਹੈ। ਕਿਉਂਕਿ ਜਦੋਂ ਵੀ ਕੈਪਟਨ ਅਮਰਿੰਦਰ ਸਿੰਘ ਦੇ ਆਪਣੀ ਹੀ ਪਾਰਟੀ ਦੇ ਕਿਸੇ ਸ਼ਰੀਕ ਦੇ ਨਾਲ ਸਿੰਘ ਫਸੇ ਨੇ ਤਾਂ ਕੈਪਟਨ ਅਮਰਿੰਦਰ ਸਿੰਘ ਦੀ ਹੀ ਜਿੱਤ ਹੋਈ ਹੈ। ਚਾਹੇ ਉਹ ਰਜਿੰਦਰ ਕੌਰ ਭੱਠਲ ਦੇ ਨਾਲ ਉਹਨਾਂ ਦੀ ਜੰਗ ਹੋਵੇ, ਚਾਹੇ ਪ੍ਰਤਾਪ ਸਿੰਘ ਬਾਜਵਾ ਦੇ ਨਾਲ ਜੰਗ ਹੋਵੇ, ਚਾਹੇ ਸ਼ਮਸ਼ੇਰ ਸਿੰਘ ਦੂਲੋ ਦੇ ਨਾਲ ਜੰਗ ਹੋਵੇ, ਹਮੇਸ਼ਾ ਤੋਂ ਹੀ ਕੈਪਟਨ ਅਮਰਿੰਦਰ ਸਿੰਘ ਆਪਣੇ ਵਿਰੋਧੀਆਂ ਦੇ ਉੱਪਰ ਭਾਰੀ ਪੈਂਦੇ ਦਿਖਾਈ ਦਿੰਦੇ ਆ ਰਹੇ ਨੇ। ਤੇ ਲੋਕ ਉਮੀਦ ਵੀ ਇਹੀ ਕਰ ਰਹੇ ਸੀ ਕਿ ਹੋ ਸਕਦਾ ਹੈ ਕਿ ਨਵਜੋਤ ਸਿੰਘ ਸਿੱਧੂ ਜਿਹੜੇ ਕੈਪਟਨ ਅਮਰਿੰਦਰ ਸਿੰਘ ਨੂੰ ਢਾਹ ਨਾ ਲਾ ਸਕਦੇ ਹੋਣ। ਪਰ ਅਸੀਂ ਤੁਹਾਨੂੰ ਤੱਥਾਂ ਦੇ ਆਧਾਰਿਤ ਗੱਲਬਾਤ ਦੱਸਾਂਗੇ ਕਿ ਕਿਉਂ ਲੱਗ ਰਿਹਾ ਹੈ ਕਿ ਪਹਿਲੀ ਵਾਰੀ ਉਹਨਾਂ ਦਾ ਕੋਈ ਪਾਰਟੀ ਦਾ ਹੀ ਕੋਈ ਲੀਡਰ ਉਹਨਾਂ ਤੇ ਭਾਰੀ ਪੈਂਦਾ ਦਿਖਾਈ ਦੇ ਰਿਹਾ ਹੈ। ਕਿਉਂ ਲੱਗ ਰਿਹਾ ਕਿ ਕੈਪਟਨ ਅਮਰਿੰਦਰ ਸਿੰਘ ਆਉਣ ਵਾਲੇ ਦਿਨਾਂ ਦੇ ਵਿੱਚ ਖੂੰਜੇ ਲੱਗ ਸਕਦੇ ਆ? ਕਿਉਂ ਲੱਗ ਰਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਜਿਹੜੀ ਜਗ੍ਹਾ ਨਵਜੋਤ ਸਿੰਘ ਸਿੱਧੂ ਨੂੰ ਮਿਲ ਸਕਦੀ ਹੈ? ਕਿਉਂ ਲੱਗ ਰਿਹਾ ਕਿ ਮੁੱਖ ਮੰਤਰੀ ਤੇ ਨਵਜੋਤ ਸਿੰਘ ਸਿੱਧੂ ਤੇ ਪ੍ਰਧਾਨ ਵੀ ਨਵਜੋਤ ਸਿੰਘ ਸਿੱਧੂ ਬਣ ਸਕਦੇ ਆ? ਇਹਨਾਂ ਪੂਰੀਆਂ ਚਰਚਾਵਾਂ ਕਰਾਂਗੇ ਇਹਨਾਂ ਵਿਸ਼ਿਆਂ ਦੇ ਉੱਪਰ। ਤੁਹਾਨੂੰ ਇੱਕ ਇੱਕ ਕਰਕੇ ਦੱਸਣ ਦੀ ਕੋਸ਼ਿਸ਼ ਕਰਾਂਗੇ, ਇੱਕ ਇੱਕ ਤੱਥ ਦੇ ਰੂਪ ਦੇ ਵਿੱਚ ਗੱਲ ਦੱਸਣ ਦੀ ਕੋਸ਼ਿਸ਼ ਕਰਾਂਗੇ ਕਿ ਕਿਵੇਂ ਸਿਆਸਤ ਦੇ ਸਮੀਕਰਨ ਬਦਲੇ ਨੇ, ਕਿਵੇਂ ਸਮੀਕਰਨ ਬਦਲੇ ਨੇ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਕਾਂਗਰਸ ਦੀ ਸਿਆਸਤ ਦੀ। ਇਹਨਾਂ ਖਬਰਾਂ ਤੇ ਵਿਚਾਰ ਚਰਚਾ ਲਈ ਮੇਰੇ ਨਾਲ ਮੌਜੂਦ ਰਹਿਣਗੇ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਜੀ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਅਣਖੀ ਸਾਹਿਬ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਧੰਨਵਾਦ ਜੀ। ਅਣਖੀ ਜੀ, ਕਿਵੇਂ ਦੇਖਦੇ ਹੋ ਜਿਹੜੇ ਆਪਾਂ ਵਿਸ਼ਾ ਚੁਣਿਆ ਕੈਪਟਨ ਅਮਰਿੰਦਰ ਸਿੰਘ ਦੀ ਖਿੱਚੋਤਾਣ ਨੂੰ ਲੈ ਕੇ? ਬਹੁਤ ਸਾਰੇ ਲੋਕ ਆਪਣੇ ਨਾਲ ਹੋ ਸਕਦਾ ਕਿ ਇਸ ਵਿਸ਼ੇ ਦੇ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਸਾਡੇ ਨਾਲ ਨਾ ਸਹਿਮਤ ਹੋਣ ਤੇ ਪ੍ਰੋਗਰਾਮ ਦੇ ਐਂਡ ਤੱਕ ਜਾਂਦੇ ਜਾਂਦੇ ਸ਼ਾਇਦ ਸਹਿਮਤ ਹੋ ਵੀ ਜਾਣ। ਕਿਵੇਂ ਦੇਖਦੇ ਹੋ ਜਿਹੜਾ ਆਪਾਂ ਵਿਸ਼ਾ ਚੁਣਿਆ ਹੈ ਕਿ ਵਾਕਈ ਹੀ ਕੈਪਟਨ ਅਮਰਿੰਦਰ ਸਿੰਘ ਤੇ ਲੱਗ ਸਕਦੇ ਆ, ਨਵਜੋਤ ਸਿੰਘ ਸਿੱਧੂ ਨੂੰ ਜਗ੍ਹਾ ਮਿਲ ਸਕਦੀ ਹੈ, ਤੇ ਕਿਉਂ ਲੱਗ ਰਿਹਾ? ਸਿੱਧੂ ਸਾਹਿਬ, ਦੇਖੋ, ਜਿਹੜਾ ਅੱਜ ਦਾ ਵਿਸ਼ਾ ਆਪਾਂ ਚੁਣਿਆ ਹੈ ਉਹ ਹੈ ਕਿ ਕੈਪਟਨ ਅਮਰਿੰਦਰ ਸਿੰਘ ਹੁਣੀ ਖੂੰਜੇ ਲੱਗ ਸਕਦੇ ਹਨ ਜਾਂ ਨਹੀਂ। ਔਰ ਇਸ ਸੰਦਰਭ ਦੇ ਵਿੱਚ ਜਿਹੜੀ ਮੈਂ ਗੱਲ ਕਰਨੀ ਚਾਹਾਂਗਾ ਉਹ ਤਾਂ ਗੱਲ ਇਹ ਆ ਕਿ ਖੂੰਜੇ ਲੱਗਣ ਦੀ ਗੱਲ ਤਾਂ ਬਾਅਦ ਦੀ ਹੈ। ਜਿਹੜੀ ਅੱਜ ਦੇ ਸਮੇਂ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਹੁਣੀ ਆਪਣੇ ਕਿਲੇ ਦੇ ਵਿੱਚ, ਆਪਣੇ ਘਰ ਦੇ ਵਿੱਚ ਹੀ। ਮਾਫ ਕਰਨਾ ਅਣਖੀ ਸਾਹਿਬ, ਇੱਕ ਆਪਾਂ ਦਰਸ਼ਕਾਂ ਨੂੰ ਇਹ ਗੱਲ ਦੱਸਣੀ ਭੁੱਲ ਗਏ ਕਿ ਕਾਂਗਰਸ ਵਰਕਿੰਗ ਕਮੇਟੀ ਦੀ ਇਸ ਵਕਤ ਦਿੱਲੀ ਦੇ ਵਿੱਚ ਮੀਟਿੰਗ ਚੱਲ ਰਹੀ ਹੈ, ਜਿਹਦੀ ਅਗਵਾਈ ਸੋਨੀਆ ਗਾਂਧੀ ਕਰ ਰਹੇ ਨੇ, ਤੇ ਹੋ ਸਕਦਾ ਹੈ ਕਿ ਉਸ ਦੇ ਵਿੱਚੋਂ ਕੋਈ ਵੱਡਾ ਫੈਸਲਾ ਨਿਕਲ ਕੇ ਆ ਵੀ ਜਾਵੇ। ਜੀ ਸਿੱਧੂ ਸਾਹਿਬ, ਜਾਣਕਾਰੀ ਦੇਣ ਵਾਸਤੇ ਧੰਨਵਾਦ। ਜਿਹੜਾ ਤੁਸੀਂ ਮੈਨੂੰ ਪ੍ਰਸ਼ਨ ਕੀਤਾ ਕਿ ਕੈਪਟਨ ਅਮਰਿੰਦਰ ਸਿੰਘ ਹੁਣੀ ਖੂੰਜੇ ਲੱਗ ਸਕਦੇ ਨੇ ਹਾਈਕਮਾਂਡ ਵੱਲੋਂ, ਜਾਂ ਉਹਨਾਂ ਦੀ ਜਿਹੜੀ ਭਵਿੱਖ ਦੀ ਰਣਨੀਤੀ ਕਾਂਗਰਸ ਪਾਰਟੀ ਜਿਹੜੀ ਉਹ ਕੀ ਸੋਚਦੀ ਹੈ, ਆਪਾਂ ਇਹਦੇ ਬਾਰੇ ਗੱਲ ਕਰਨ ਤੋਂ ਪਹਿਲਾਂ ਜੇਕਰ ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਹੋਣਾ ਦੀ ਅੱਜ ਦੀ ਮੌਜੂਦਾ ਕੰਡੀਸ਼ਨ ਦੀ ਗੱਲ ਕਰੀਏ, ਮੌਜੂਦਾ ਸਥਿਤੀ ਦੀ ਗੱਲ ਕਰੀਏ, ਤਾਂ ਇਹ ਤੱਥ ਸਾਹਮਣੇ ਆਉਂਦੇ ਨੇ ਕਿ ਉਹਨਾਂ ਦੀ ਹਾਲਤ ਜਿਹੜੀ ਹੈ ਅੱਜ ਪਹਿਲਾਂ ਵਰਗੀ ਨਹੀਂ ਰਹੀ। ਉਹ ਵਿਅਕਤੀ ਜਿਹੜਾ ਕਦੇ ਵੀ ਅੱਜ ਤੱਕ ਕਿਸੇ ਨੂੰ ਆਪਣੇ ਸਾਹਮਣੇ ਸਿਰ ਚੁੱਕਣ ਦੀ ਇਜਾਜ਼ਤ ਵੀ ਨਹੀਂ ਸੀ ਦਿੰਦਾ, ਬੋਲਣ ਦੀ ਗੱਲ ਤਾਂ ਬੜੀ ਦੂਰ ਆ, ਉਹ ਹੁਣ ਪਿਛਲੇ 15 ਦਿਨਾਂ ਤੋਂ ਨਵਜੋਤ ਸਿੱਧੂ ਵੱਲੋਂ ਉਠਾਏ ਗਏ ਮੁੱਦੇ, ਉਹਦੇ ਤਵੀਡ ਦੇ ਰੂਪ ਵਿੱਚ ਕੀਤੀ ਗਈ ਬਿਆਨਬਾਜ਼ੀ, ਤੇ ਉਸ ਮਗਰੋਂ ਨਵਜੋਤ ਸਿੱਧੂ ਦੀ ਪਤਨੀ ਬੀਬੀ ਨਵਜੋਤ ਕੌਰ ਸਿੱਧੂ ਵੱਲੋਂ ਟਵੀਟ ਦੇ ਰੂਪ ਵਿੱਚ ਕੀਤੇ ਗਏ ਬਿਆਨਾਂ ਦੇ ਉੱਤੇ ਕੈਪਟਨ ਅਮਰਿੰਦਰ ਸਿੰਘ ਦੀ ਧਾਰੀ ਚੁੱਪ ਜਿਹੜੀ ਹੈ ਉਸ ਦੀ ਸਥਿਤੀ ਨੂੰ ਬਿਆਨ ਕਰਨ ਵਾਸਤੇ ਕਾਫੀ ਹੈ, ਜਿਹਦੇ ਤੋਂ ਸਾਡੇ ਦਰਸ਼ਕ ਜਿਹੜੇ ਨੇ ਖੁਦ ਹੀ ਅਨੁਮਾਨ ਲਾ ਸਕਦੇ ਨੇ ਕਿ ਇਸ ਵਕਤ ਕੈਪਟਨ ਅਮਰਿੰਦਰ ਸਿੰਘ ਹੋਣਾ ਦੀ ਸਥਿਤੀ ਜਿਹੜੀ ਆ ਉਹ ਕੀ ਹੋਵੇਗੀ। ਇਹ ਤਾਂ ਸਟਾਰਟਿੰਗ ਤੇ ਆਪਾਂ ਜੋ ਤੁਸੀਂ ਭੂਮਿਕਾ ਬੰਨੀ ਉਸ ਦੇ ਜਵਾਬ 'ਚ ਸੰਖੇਪ ਦੀ ਮੈਂ ਗੱਲ ਕੀਤੀ ਹੈ, ਬਾਕੀ ਇਹਦੇ ਵਿਸਥਾਰ ਵਿੱਚ ਜਾ ਕੇ ਅਸੀਂ ਆਪਣੇ ਦਰਸ਼ਕਾਂ ਨੂੰ ਪੂਰਾ ਸਮਝਾਉਂਦੇ ਹਾਂ। ਪਰ ਸਿੱਧੂ ਸਾਹਿਬ, ਮੈਂ ਜਦੋਂ ਤੁਸੀਂ ਇਹ ਵਿਸ਼ੇ ਦੀ ਗੱਲ ਕਰ ਰਹੇ ਸੀ ਤਾਂ ਮੇਰੇ ਦਿਮਾਗ 'ਚ ਇੱਕ ਪ੍ਰਸ਼ਨ ਜਿਹੜਾ ਉਹ ਚੱਲਦਾ ਪਿਆ ਸੀ, ਇੱਕ ਗੱਲ ਆ ਰਹੀ ਸੀ
ਬੇਸ਼ੱਕ ਉਸ ਗੱਲ ਦਾ ਸਬੰਧ ਜਿਹੜਾ ਹੈ ਕੈਪਟਨ ਅਮਰਿੰਦਰ ਸਿੰਘ ਹੋਰਾਂ ਨਾਲ ਨਾ ਵੀ ਹੋਵੇ, ਪਰ ਮੈਨੂੰ ਪਤਾ ਨਹੀਂ ਕਿਉਂ ਲੱਗਦਾ ਕਿ ਉਸ ਦੀਆਂ ਤਾਰਾਂ ਜਿਹੜੀਆਂ ਨੇ ਉਹ ਇਹਨਾਂ ਨਾਲ ਵੀ ਜੁੜੀਆਂ ਨੇ। 2017 ਤੋਂ ਬਾਅਦ ਪੰਜਾਬ ਦੇ ਵਿੱਚ ਜਿਹੜੀਆਂ ਘਟਨਾਵਾਂ ਵਾਪਰੀਆਂ ਔਰ ਉਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਪ੍ਰਧਾਨ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਹੋਣੀ ਹਰ ਸਟੇਜ ਤੇ ਉਹ ਇਹ ਗੱਲ ਕਹਿੰਦੇ ਰਹੇ ਕਿ ਜਿਨ੍ਹਾਂ ਨੇ ਬੇਅਦਬੀ ਕਰਾਈ ਉਹਨਾਂ ਦਾ ਕੱਖ ਨਾ ਰਹੇ। ਸਟੇਜਾਂ ਤੇ ਜਿਨ੍ਹਾਂ ਨੇ ਬੇਅਦਬੀ ਕਰਾਈ ਉਹਨਾਂ ਦਾ ਕੱਖ ਨਾ ਰਹੇ, ਤੇ ਜਿਹੜੇ ਸਾਡਾ ਨਾਂ ਲਾਉਂਦੇ ਉਹਨਾਂ ਦਾ ਵੀ ਕੱਖ ਨਾ ਰਹੇ। ਇਸ ਤਰ੍ਹਾਂ ਦੀ ਉਹ ਸਟੇਟਮੈਂਟ ਦਿੰਦੇ ਰਹੇ। ਤੇ ਸਿੱਧੂ ਸਾਹਿਬ, ਜੇਕਰ ਤੁਸੀਂ ਪਰਮਾਤਮਾ ਦਾ ਨਾਮ ਲੈ ਕੇ ਪਰਮਾਤਮਾ ਦੀ ਦਰਗਾਹ ਦੇ ਵਿੱਚ ਅਜਿਹੇ ਸ਼ਬਦ ਬੋਲਦੇ ਜੇ ਤਾਂ ਫਿਰ ਧੁਰ ਦਰਗਾਹ ਹੀ ਉਹ ਸ਼ਬਦ ਜ਼ਰੂਰ ਪਹੁੰਚਦੇ ਆ। ਕਹਿੰਦੇ ਸੀ ਜਿਹੜੇ ਇਸ ਮਾਮਲੇ ਤੇ ਸਿਆਸਤ ਵੀ ਕਰ ਰਹੇ ਆ, ਉਹਨਾਂ ਦੀ ਵੀ ਗੱਲ ਉਹਨਾਂ ਨੇ ਜਿਹੜੇ ਇਸ ਮੁੱਦੇ ਤੇ ਸਿਆਸਤ ਵੀ ਕਰ ਰਹੇ ਆ। ਤੇ ਦੇਖੋ, ਫਿਰ ਰੱਬ ਨੇ ਵਾਕਿਆ ਹੀ ਕੱਖ ਨਹੀਂ ਛੱਡਿਆ। ਕੱਖ ਛੱਡਣ ਤੋਂ ਭਾਵ ਇਹ ਨਹੀਂ ਹੁੰਦਾ ਕਿ ਜਿਸਮਾਨੀ ਤੌਰ ਤੇ ਤੁਹਾਨੂੰ ਮਾਰ ਦਿੱਤਾ ਜਾਵੇ, ਜਿਸਮਾਨੀ ਤੌਰ ਤੇ ਤੁਹਾਨੂੰ ਇੱਥੋਂ ਵਿਦਾ ਕਰ ਦਿੱਤਾ ਜਾਵੇ। 2017 ਦੇ ਚੋਣਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਕੱਖ ਨਹੀਂ ਰਿਹਾ, ਸਾਫ਼ ਸਪਸ਼ਟ ਸ਼ਬਦਾਂ 'ਚ। ਦੂਸਰੇ ਪਾਸੇ ਕੈਪਟਨ ਅਮਰਿੰਦਰ ਸਿੰਘ ਹੋਣਾ ਨੇ ਵੀ ਇਹ ਗੱਲ ਬੜੀ ਠੋਕ ਠੋਕ ਕੇ ਕਹੀ ਕਿ ਜਦੋਂ ਮੇਰੀ ਸਰਕਾਰ ਸੱਤਾ ਵਿੱਚ ਆਊਗੀ ਤਾਂ ਮੈਂ ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਫੜ ਕੇ ਸਿੱਖਾਂ ਦੇ ਪਿੱਛੇ ਟੰਗਾਂਗਾ, ਉਹ ਭਾਵੇਂ ਬਾਦਲ ਹੋਵੇ ਭਾਵੇਂ ਕੋਈ ਵੀ ਹੋਵੇ। ਪਰ 5 ਸਾਲ ਬੀਤਣ ਵਾਲੇ 4.5 ਸਾਲ ਲੰਘ ਚੁੱਕੇ ਆ। ਕੈਪਟਨ ਅਮਰਿੰਦਰ ਸਿੰਘ ਹੋਣਾ ਨੇ ਵੀ ਉਹ ਇਨਸਾਫ ਜਿਹੜਾ ਗੁਰੂ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਫੜ ਕੇ ਅੰਦਰ ਕਰਕੇ ਲੋਕਾਂ ਨੂੰ ਦਿਵਾਉਣਾ ਸੀ, ਉਹਦੇ ਵਿੱਚ ਉਹਨਾਂ ਨੇ ਮਾਸਾ ਵੀ ਦਿਲਚਸਪੀ ਨਹੀਂ ਲਈ। ਤੇ ਜਿਸ ਦਾ ਫਿਰ ਸਿੱਟਾ ਇਹ ਨਿਕਲਿਆ, ਜੋ ਮੇਰੀ ਚਾਚੀ, ਜੇਕਰ ਮੈਂ ਧਾਰਮਿਕ ਵਿਅਕਤੀ ਤੋਂ ਗੱਲ ਕਰਾਂ, ਕਿ ਗੁਰੂ ਸਾਹਿਬ ਦੀ ਮਾਰ ਜਿਹੜੀ ਆ ਫਿਰ ਕੈਪਟਨ ਅਮਰਿੰਦਰ ਸਿੰਘ ਦੀ ਉਸ ਚੁੰਬਕੀ ਸ਼ਖਸੀਅਤ ਤੇ ਵੀ ਪਈ ਆ ਕਿ ਜਿਹੜੀ ਸ਼ਖਸੀਅਤ ਲੋਕਾਂ ਨੂੰ ਉਹਦੇ ਵੱਲ ਖਿੱਚਦੀ ਸੀ ਤੇ ਲੋਕ ਉਸ ਦੇ ਸਾਹਮਣੇ ਬੋਲਣ ਤੋਂ ਕੰਨੀ ਕਤਰਾਉਂਦੇ ਸਨ। ਤੇ ਅੱਜ ਸਥਿਤੀਆਂ ਇਹ ਨੇ ਕਿ ਲੋਕ ਜਿਹੜੇ ਨੇ ਕੈਪਟਨ ਅਮਰਿੰਦਰ ਤੋਂ ਸਵਾਲ ਕਰ ਰਹੇ ਆ ਔਰ ਕੈਪਟਨ ਅਮਰਿੰਦਰ ਸਿੰਘ ਹੋਣਾ ਦੀ ਸਥਿਤੀ ਜਿਹੜੀ ਆ ਬਿਲਕੁਲ ਪਤਲੀ ਪੈਂਦੀ ਜਾ ਰਹੀ ਹੈ। ਪੰਜਾਬੀ 'ਚ ਇੱਕ ਅਖਾਣ ਹੈਗਾ, ਸਹੁੰ ਖਾਈਏ ਜੀ ਦੀ, ਨਾ ਪੁੱਤ ਦੀ ਨਾ ਧੀ, ਕਿ ਜੇ ਤੁਸੀਂ ਸਹੁੰ ਖਾਣੀ ਹੈ ਤਾਂ ਤੁਸੀਂ ਆਪਣੀ ਸਹੁੰ ਖਾਓ, ਤੁਸੀਂ ਪੁੱਤਰ ਜਾਂ ਧੀ ਦੀ ਸਹੁੰ ਨਾ ਖਾਓ। ਤੇ ਜੇਕਰ ਉਹ ਵਿਅਕਤੀ ਇੱਕ ਧਾਰਮਿਕ ਸਟੇਜ ਤੇ ਜਾ ਕੇ ਤਖਤ ਸ੍ਰੀ ਦਮਦਮਾ ਸਾਹਿਬ ਵੱਲ ਮੂੰਹ ਕਰਕੇ ਗੁਟਕਾ ਸਾਹਿਬ ਨੂੰ ਹੱਥ 'ਚ ਲੈ ਕੇ ਸਹੁੰ ਖਾ ਕੇ ਲੋਕਾਂ ਨਾਲ ਵਾਅਦਾ ਕਰਦਾ ਤਾਂ ਫਿਰ ਉਹ ਵਾਅਦੇ ਪੂਰੇ ਨਹੀਂ ਹੁੰਦੇ। ਤਾਂ ਫਿਰ ਗੁਰੂ ਸਾਹਿਬ ਦੀ ਜਿਹੜੀ ਮਾਰ ਹੈ, ਉਸ ਪਰਮਾਤਮਾ ਦੀ ਮਾਰ ਜਿਹੜੀ ਆ ਉਹ ਕਿਸੇ ਨਾ ਕਿਸੇ ਰੂਪ 'ਚ ਪੈਣੀ ਆ। ਤੇ ਦੇਖੋ, ਜ਼ਰੂਰੀ ਨਹੀਂ ਹੁੰਦਾ ਕਿ ਬੰਦਾ ਇਨਸਾਨ ਜਿਸਮਾਨੀ ਤੌਰ ਤੇ ਹੀ ਖਤਮ ਹੋ ਜਾਵੇ। ਇੰਨਾ ਹੀ ਬੜਾ ਜਦੋਂ ਬੰਦੇ ਦੀ ਸ਼ਖਸੀਅਤ ਨੂੰ ਇੱਕ ਢਾਹ ਲੱਗਦੀ ਹੈ, ਉਸ ਸ਼ਖਸੀਅਤ ਨੂੰ ਜੇ ਸ਼ਖਸੀਅਤ ਦੇ ਸਿਰ ਤੇ ਤੁਸੀਂ ਇੱਕ ਰਾਜ ਕੀਤਾ ਹੋਵੇ ਤਾਂ ਮੇਰਾ ਨਹੀਂ ਖਿਆਲ ਇਸ ਤੋਂ ਵੱਡੀ ਪਰਮਾਤਮਾ ਵੱਲੋਂ ਜਿਹੜੀ ਸਜ਼ਾ ਹੈ ਤੁਹਾਨੂੰ ਦਿੱਤੀ ਜਾਣੀ ਆ। ਇਹ ਤਾਂ ਇੱਕ ਸੰਦਰਭ ਦੀ ਗੱਲ ਹੋ ਗਈ। ਹੁਣ ਅਸੀਂ ਗੱਲ ਕਰਦੇ ਹਾਂ ਜਿਹੜਾ ਪ੍ਰਸ਼ਨ ਤੁਸੀਂ ਕੀਤਾ, ਕਿਉਂਕਿ ਇਹ ਜ਼ਰੂਰੀ ਸੀ। ਕਿਉਂਕਿ ਜੇਕਰ ਅਸੀਂ ਪਿਛਲੇ ਦੌਰ 'ਚ ਗੁਰੂ ਸਾਹਿਬ ਦੇ ਨਾਂ ਤੇ ਸਿਆਸਤ ਕਰਦੇ ਰਹੇ ਹਾਂ ਤਾਂ ਫਿਰ ਭਲੇ ਮਾਨਸੋ ਗੁਰੂ ਸਾਹਿਬ ਵੱਲੋਂ ਜਿਹੜੀ ਸਮੇਂ-ਸਮੇਂ ਤੇ ਤੁਹਾਨੂੰ ਸਜ਼ਾ ਦਿੱਤੀ ਜਾ ਰਹੀ ਆ ਨਾ, ਉਹ ਸਜ਼ਾ ਨੂੰ ਵੀ ਆਣ ਕੇ ਦੇਖੋ। ਪਰਮਾਤਮਾ ਕਦੇ ਵੀ ਆਣ ਕੇ ਕਿਸੇ ਨੂੰ ਘਸੋਲ ਨਹੀਂ ਮਾਰਦਾ, ਕਿਸੇ ਨੂੰ ਮਾਰ ਨਹੀਂ ਮਾਰਦਾ। ਉਹਦੀ ਅਕਲ ਜਾਂ ਉਸ ਦੀ ਬੁੱਧੀ ਜਿਹੜੀ ਇਹੋ ਜਿਹੀ ਭ੍ਰਿਸ਼ਟ ਕਰਦਾ ਕਿ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਕਿ ਮੇਰੇ ਨਾਲ ਹੋ ਕੀ ਰਿਹਾ। ਸੋ ਇਹ ਸੰਦਰਭ ਦੇ ਵਿੱਚ ਜੋ ਕੈਪਟਨ ਅਮਰਿੰਦਰ ਸਿੰਘ ਨਾਲ ਹੋ ਰਿਹਾ, ਮੈਂ ਇਹਨੂੰ ਜੇਕਰ ਇੱਕ ਧਾਰਮਿਕ ਵਿਅਕਤੀ ਦੇ ਇਨਸਾਨ ਵਜੋਂ ਗੱਲ ਕਰਾਂ, ਚਾਹੇ ਮੈਂ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰਾਂ, ਤਾਂ ਮੈਂ ਕਹਾਂਗਾ ਕਿ ਪਰਮਾਤਮਾ ਇਹਨਾਂ ਦੇ ਉਹਨਾਂ ਕਰਮਾਂ ਦੀ ਸਜ਼ਾ ਦੇ ਰਿਹਾ ਜਿਹੜੇ ਕਰਮ ਇਹ ਕਰਕੇ ਇੱਥੇ ਪਹੁੰਚੇ ਨੇ। ਤੇ ਪਰ ਲੋਕਾਂ ਨੂੰ ਇਹਨਾਂ ਨੇ ਬੇਵਕੂਫ ਬਣਾਇਆ, ਧੋਖਾ ਬਣਾਇਆ। ਤੁਸੀਂ ਲੋਕਾਂ ਨੂੰ ਤਾਂ ਬਣਾ ਸਕਦੇ ਜੀ, ਪਰ ਉਸ ਅਕਾਲ ਪੁਰਖ, ਉਸ ਪਰਮਾਤਮਾ ਨੂੰ ਨਹੀਂ ਬਣਾ ਸਕਦੇ ਜਿਹਦੀ ਆਸਥਾ, ਜਿਹਦੀ ਓਟ ਲੈ ਕੇ ਤੁਸੀਂ ਇੱਥੋਂ ਤੱਕ ਪਹੁੰਚੇ ਜੀ। ਦੂਸਰੀ ਗੱਲ, ਅਸੀਂ ਗੱਲ ਕਰਦੇ ਹਾਂ ਕਿ ਕੈਪਟਨ ਅਮਰਿੰਦਰ ਸਿੰਘ ਹਾਈਕਮਾਂਡ ਨੂੰ ਸੁਸਾਈਡ ਕਰ ਸਕਦੀ ਹੈ, ਲੋਕੀ ਨਹੀਂ ਯਕੀਨ ਕਰਦੇ। ਬਿਲਕੁਲ ਤੁਹਾਡੀ ਗੱਲ ਦਰੁਸਤ ਕਹੀ ਕਿ ਕੈਪਟਨ ਅਮਰਿੰਦਰ ਸਿੰਘ ਅੱਗੇ ਜਿੰਨੇ ਵੀ ਸਿਰ ਚੁੱਕਿਆ, ਕੈਪਟਨ ਨੇ ਉਹ ਸਿਰ ਉੱਠਣ ਨਹੀਂ ਦਿੱਤਾ। ਉਹ ਇਹੋ ਜਿਹਾ ਰਸਤਾ ਕੀਤਾ, ਜਾਂ ਤਾਂ ਉਹਨੂੰ ਦਿੱਲੀ ਦਾ ਰਸਤਾ ਵਿਖਾਤਾ ਜਾਂ ਉਹਨਾਂ ਨੂੰ ਘਰ ਬੈਠਣ ਵਾਸਤੇ ਮਜਬੂਰ ਕਰਤਾ। ਚਾਹੇ ਉਹ ਬੀਬੀ ਰਜਿੰਦਰ ਕੌਰ ਪੱਠਲ ਹੋਵੇ, ਚਾਹੇ ਸ਼ਮਸ਼ੇਰ ਸਿੰਘ ਦੂਲੋ ਹੋਵੇ ਜਾਂ ਪ੍ਰਤਾਪ ਸਿੰਘ ਬਾਜਵਾ ਹੋਣੀ ਹੋਣ। ਬੀਬੀ ਪੱਠਲ ਕਿਸੇ ਸਮੇਂ ਪੰਜਾਬ ਦੇ ਵਿੱਚ ਦੂਸਰੇ ਨੰਬਰ ਤੇ ਕਾਂਗਰਸ ਦੀ ਨੇਤਾ ਸੀ। ਅੱਜ ਉਹਦਾ ਵਜੂਦ ਜਿਹੜਾ ਉਹ ਕਿਤੇ ਵੀ ਨਹੀਂ ਹੈ, ਔਰ ਉਸ ਦੇ ਵਜੂਦ ਨੂੰ ਖਤਮ ਕਰਨ ਦੇ ਵਿੱਚ ਸਾਫ਼ ਸਪਸ਼ਟ ਸ਼ਬਦਾਂ 'ਚ ਕੈਪਟਨ ਅਮਰਿੰਦਰ ਸਿੰਘ ਤੇ ਉਹਦੀ ਟੀਮ ਦਾ ਹੱਥ ਹੈਗਾ। ਇਹ ਕਲੀਅਰ ਕੱਟ ਜਗ ਜ਼ਾਹਿਰ ਇਹ ਗੱਲ ਹੈਗੀ। ਪਰ ਦੇਖੋ, ਅੱਜ ਜਿਹੜੀਆਂ ਸਥਿਤੀਆਂ ਉਤਪੰਨ ਹੋਈਆਂ, ਜਿਹੜੀਆਂ ਅਸਥਿਤੀਆਂ ਪੰਜਾਬ 'ਚ ਚੱਲ ਰਹੀਆਂ ਨੇ, ਸਿੱਧੂ ਸਾਹਿਬ, ਨਾ ਤੇ ਉਹ ਪ੍ਰਤਾਪ ਬਾਜਵਾ ਵਾਲੀਆਂ ਨੇ, ਨਾ ਸ਼ਮਸ਼ੇਰ ਸਿੰਘ ਦੂਲੋ ਵਾਲੀਆਂ ਨੇ, ਤੇ ਨਾ ਹੀ ਉਹ ਸਥਿਤੀਆਂ ਬੀਬੀ ਰਜਿੰਦਰ ਕੌਰ ਪੱਠਲ ਵਾਲੀਆਂ ਨੇ। ਅੱਜ ਜਿਹੜੀਆਂ ਸਥਿਤੀਆਂ ਬਿਲਕੁਲ ਅਲੱਗ ਨੇ। ਅੱਜ ਉਹ ਸਥਿਤੀਆਂ ਨੇ ਕਿ ਜਿਹੜੀਆਂ ਲੋਕਾਂ ਦੇ ਹਿੱਤਾਂ ਨਾਲ ਜੁੜੀਆਂ ਨੇ, ਲੋਕ ਮੁੱਦਿਆਂ ਨਾਲ ਜੁੜੀਆਂ ਨੇ। ਔਰ ਤੁਹਾਨੂੰ
ਤੁਹਾਡੀ ਜ਼ਿੰਮੇਵਾਰੀ ਦਾ ਅਹਿਸਾਸ ਕਰਾਉਣ ਵਾਲੀਆਂ ਸਥਿਤੀਆਂ ਨੇ ਕਿ ਤੁਸੀਂ ਭਾਈ ਇਹਨਾਂ 4 ਸਾਲਾਂ ਦੇ ਵਿੱਚ ਲੋਕਾਂ ਵਾਸਤੇ ਕੀਤਾ ਕੀ ਹੈ, ਪੰਜਾਬ ਦੀ ਜਨਤਾ ਨਾਲ ਜਿਹੜੇ ਵਾਅਦੇ ਕਰਕੇ ਆਏ ਸੀ ਤੁਸੀਂ ਕੀਤਾ ਕੀ ਹੈ। ਕਾਂਗਰਸ ਹਾਈ ਕਮਾਨ ਵਾਸਤੇ ਕੈਪਟਨ ਅਮਰਿੰਦਰ ਸਿੰਘ ਹੁਣੀ ਇੱਕ ਤਗੜੇ ਮੋਹਰੇ ਹੋ ਸਕਦੇ ਨੇ, ਪਿਛਲੇ ਸਮੇਂ 'ਚ ਰਹੇ ਵੀ ਨਹੀਂ, ਪਰ ਉਹਨਾਂ ਵਾਸਤੇ ਅੱਜ ਦੀ ਤਰੀਕ ਦੇ ਵਿੱਚ ਉਹ ਇੱਕ ਤਗੜੇ ਮੋਹਰੇ ਨਾ ਹੋ ਕੇ ਲੋਕਾਂ ਦੇ ਨਿਸ਼ਾਨੇ ਤੇ ਆਏ ਉਹ ਨੇਤਾ ਨੇ ਜਿਸ ਦਾ ਗ੍ਰਾਫ ਦਿਨ ਬ ਦਿਨ ਥੱਲੇ ਡਿੱਗਦਾ ਜਾ ਰਿਹਾ ਹੈ। ਤਾਂ ਪਾਰਟੀਆਂ ਜਿਹੜੀਆਂ ਨੇ ਉਹ ਕਦੇ ਵੀ ਇੱਕ ਵਿਅਕਤੀ ਕਰਕੇ ਆਪਣੇ ਪਾਰਟੀ ਦੇ ਅਕਸ ਨੂੰ ਕਦੇ ਵੀ ਖਰਾਬ ਉਹ ਨਹੀਂ ਕਰਦੀਆਂ। ਜੇਕਰ ਇਹ ਸਾਰੇ ਮੁੱਦੇ ਤੇ ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਦੇ ਮੁੱਦੇ ਤੇ ਜੇਕਰ ਕਾਂਗਰਸ ਪਾਰਟੀ ਨੂੰ ਕੈਪਟਨ ਅਮਰਿੰਦਰ ਸਿੰਘ ਹੋਣਾ ਦੀ ਕਿਸੇ ਵੀ ਮੋੜ ਤੇ ਕੁਰਬਾਨੀ ਦੇਣੀ ਪੈਂਦੀ ਹੈ ਤੇ ਮੇਰਾ ਨਹੀਂ ਖਿਆਲ ਕਾਂਗਰਸ ਹਾਈ ਕਮਾਨ ਇਸ ਵੱਲੋਂ ਆਪਣਾ ਉੱਤੇ ਗੁਰੇਜ਼ ਕਰੇਗੀ, ਕਿਉਂਕਿ ਉਹਨਾਂ ਨੇ ਚੋਣਾਂ ਲੜਦੀਆਂ ਨੇ, ਉਹਨਾਂ ਨੇ ਸਰਕਾਰ ਬਣਾਉਣੀ ਔਰ ਹਰ ਪਾਰਟੀ ਦਾ ਇਹ ਗੱਲ ਜਿਹੜੀ ਹੁੰਦੀ ਹੈ। ਤੁਸੀਂ ਦੇਖੋ ਕਿ ਹਰ ਪਾਰਟੀ ਦੇ ਵਿੱਚ 2022 ਦੀਆਂ ਚੋਣਾਂ ਜਿੱਤਣੀਆਂ, ਕਿਉਂਕਿ 2022 ਤੋਂ 2024 ਤੱਕ 2022 ਦੀਆਂ ਜੇ ਚੋਣਾਂ ਦੇ ਵਿੱਚ ਹਵਾ ਬਣੇਗੀ ਤਾਂ ਹਵਾ ਬਣਦੀ 24 ਤੱਕ ਲੋਟ ਆਏਗੀ। ਇਸ ਕਰਕੇ ਕਿਸੇ ਵੀ ਹਾਲਤ ਦੇ ਵਿੱਚ ਉਹ 2022 ਦੀਆਂ, ਚਾਹੇ ਉਹ ਪੰਜਾਬ ਦੀਆਂ ਹੋਣ, ਚਾਹੇ ਯੂਪੀ ਦੀਆਂ ਹੋਣ, ਚਾਹੇ ਹੋਰਨਾਂ ਸੂਬਿਆਂ ਦੀ ਹੋਣ, ਉਹ 2024 ਤੋਂ ਪਹਿਲਾਂ ਜਿੰਨੀਆਂ ਵੀ ਚੋਣਾਂ ਨੇ ਉਸ ਹਰ ਹਾਲਤ ਦੇ ਵਿੱਚ ਜਿੱਤਣ ਦੀ ਕੋਸ਼ਿਸ਼ ਕਰਨਗੀਆਂ। ਔਰ ਦੂਜੀ ਗੱਲ ਮੈਨੂੰ ਲੱਗਦਾ ਇਹ ਵੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਜੇਕਰ ਆਪਾਂ CM ਅਹੁਦੇ ਤੋਂ ਵੱਖ ਕਰਕੇ ਦੇਖੀਏ ਤਾਂ ਕੈਪਟਨ ਅਮਰਿੰਦਰ ਸਿੰਘ ਅੰਬਾਲਾ ਟੱਪ ਜਾਣ ਤਾਂ ਮੈਨੂੰ ਲੱਗਦਾ ਨਹੀਂ ਕਾਂਗਰਸ ਹਾਈ ਕਮਾਨ ਦੇ ਜਾਂ ਕਾਂਗਰਸ ਦੇ ਕਿਸੇ ਕੰਮ ਦੇ ਰਹਿਣਗੇ। ਪਰ ਨਵਜੋਤ ਸਿੰਘ ਸਿੱਧੂ ਜਿਹੜਾ ਹੈਗਾ, ਮੈਨੂੰ ਲੱਗਦਾ ਕਿ ਉਹਨਾਂ ਦੇ ਆਲ ਵਰਲਡ ਤੌਰ ਤੇ ਕੰਮ ਆਉਣ ਵਾਲਾ ਇੱਕ ਆਦਮੀ ਜ਼ਰੂਰ ਮੰਨਿਆ ਜਾ ਸਕਦਾ ਹੈ। ਦੇਖੋ ਪਿਛਲੀਆਂ ਚੋਣਾਂ ਜਦੋਂ ਹੋਈਆਂ ਨੇ ਔਰ ਉਹਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਐਜ ਸਟਾਰ ਪ੍ਰਚਾਰਕ ਜਾਂਦੇ ਰਹੇ, ਦਿੱਲੀ 'ਚ ਵੀ ਤੇ ਬਾਹਰ ਵੀ, ਤੇ ਉੱਥੇ ਜਿੱਥੇ ਵੀ ਇਹ ਗਏ ਉੱਥੋਂ ਦੇ ਜਿਹੜੇ ਨਤੀਜੇ ਨੇ ਉਹ ਆਪਾਂ ਡਿਸਕਸ ਨਹੀਂ ਕਰਦੇ ਬੰਦੇ, ਕਿਉਂਕਿ ਸਾਰਿਆਂ ਨੂੰ ਪਤਾ ਹੈ। ਤਾਂ ਉਸ ਦੀ ਨਵਜੋਤ ਸਿੱਧੂ ਦੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਜਿਹੜੇ ਉੱਥੇ ਜਾ ਕੇ ਕਹੇ ਕਿ ਮੈਂ ਭਾਈ ਬਿਜਲੀ ਤੁਹਾਡੀ ਦਿੱਲੀ ਨਾਲੋਂ ਸਸਤੀ ਦੇ ਰਿਹਾ, ਤਾਂ ਉੱਥੇ ਮਜ਼ਾਕ ਵੀ ਟਰੋਲ ਵੀ ਬਹੁਤ ਹੋਇਆ ਕੈਪਟਨ। ਮੈਂ ਇਸੇ ਕਰਕੇ ਕਿਉਂਕਿ ਮੈਂ ਆਪਣੀ ਗੱਲਬਾਤ ਨੂੰ ਕਿਸੇ ਦੂਜੇ ਟਰੈਕ ਤੇ ਨਹੀਂ ਸਾ ਪਾਉਣਾ ਚਾਹੁੰਦਾ, ਮੈਂ ਇਸੇ ਕਰਕੇ ਸੰਖੇਪ ਸ਼ਬਦਾਂ 'ਚ ਕਹੀ ਕਿ ਲੋਕਾਂ ਨੂੰ ਪਤਾ ਕਿ ਉੱਥੇ ਕੈਪਟਨ ਅਮਰਿੰਦਰ ਦੇ ਬਿਆਨਾਂ ਦਾ ਕੀ ਹਾਲ ਹੋਇਆ, ਚਾਹੇ ਦਿੱਲੀ ਸੀ ਚਾਹੇ ਕੋਈ ਹੋਰ ਸਟੇਟ ਸੀ। ਜਿਹੜੀ ਅਸੀਂ ਗੱਲ ਕਰ ਰਹੇ ਹਾਂ ਉਹ ਅਸੀਂ ਨਵਜੋਤ ਸਿੱਧੂ ਦੀ ਗੱਲ ਕਰ ਰਹੇ ਹਾਂ। ਦੇਖੋ ਕੈਪਟਨ ਅਮਰਿੰਦਰ ਸਿੰਘ ਹੋਣਾ ਦਾ ਜਿਹੜਾ ਪਹਿਲੇ ਹਮਲੇ ਨੇ ਅੱਜ ਤੋਂ 15 ਦਿਨ ਪਹਿਲਾਂ ਇੱਕ ਨਿੱਜੀ ਚੈਨਲ ਤੇ ਉਹਨਾਂ ਨੇ ਬੜੀ ਠੋਕ ਕੇ ਗੱਲ ਕੀਤੀ ਔਰ ਉਸ ਵਕਤ ਉਹਨਾਂ ਨੇ ਬਿਲਕੁਲ ਹਮਲਾਵਰ ਨੀਤੀ ਅਪਣਾਉਂਦਿਆਂ ਹੋਇਆਂ, ਜਿਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਤਾਰ ਫੜ ਦੀ ਨੀਤੀ, ਕਿ ਨਵਜੋਤ ਦੇ ਬਿਆਨ ਆਏ ਨੇ, ਟਵੀਟ ਆਏ ਨੇ, ਉਹਨਾਂ ਦਾ ਇਹੋ ਜਿਹੇ ਜਵਾਬ ਦੇਵਾਂ ਤਾਂ ਜੋ ਲੋਕਾਂ 'ਚ ਮੇਰਾ ਅਕਸ ਜਿਹੜਾ ਆ ਉਹ ਉਸੇ ਤਰ੍ਹਾਂ ਬਣਿਆ ਰਹੇ ਕਿ ਕੈਪਟਨ ਅਮਰਿੰਦਰ ਸਿੰਘ ਬੜੀ ਸਖਤ ਨੇ। ਤਾਂ ਕੋਈ ਅਜਿਹੀ ਗੱਲ ਨਹੀਂ ਆ। ਤਾਂ ਉਹਨਾਂ ਨੇ ਸਟਾਰਟਿੰਗ ਦੇ ਹੀ ਜਦੋਂ ਇੱਕ ਨਿੱਜੀ ਚੈਨਲ ਤੇ ਇੰਟਰਵਿਊ ਦਿੰਦੇ ਔਰ ਅਖਬਾਰਾਂ 'ਚ ਦਿੱਤੀਆਂ ਕਿ ਮੇਰੇ ਦਰਵਾਜ਼ੇ ਕਾਂਗਰਸ ਦੇ, ਪੰਜਾਬ ਕਾਂਗਰਸ ਦੇ ਉਹਦੇ ਵਾਸਤੇ ਬੰਦ ਨੇ, ਜੇਕਰ ਉਹਨੇ ਆਉਣਾ ਤਾਂ ਮੇਰੇ ਨਾਲ ਚੋਣਾਂ ਲੜ ਕੇ ਵੇਖ ਲਏ। ਇਹੋ ਜਿਹੇ ਬਿਆਨ ਦੇ ਕੇ ਉਹਨਾਂ ਨੇ ਆਪਣੇ ਉਸ ਅਕਸ ਨੂੰ ਦੁਬਾਰਾ ਬਣਾਉਣ ਦਾ ਯਤਨ ਕੀਤਾ, ਜਿਹੜਾ ਅਕਸ ਜਿਹੜਾ ਕਦੇ ਉਹ ਸ਼ਮਸ਼ੇਰ ਸਿੰਘ ਦੂਲੋ, ਪ੍ਰਤਾਪ ਸਿੰਘ ਬਾਜਵਾ, ਬੀਬੀ ਰਜਿੰਦਰ ਕੌਰ ਭੱਠਲ ਦੇ ਸੰਦਰਭ 'ਚ ਵਰਤਦੇ ਨੇ। ਪਰ ਜਿਹੜੀਆਂ ਸਥਿਤੀਆਂ ਨੇ ਉਹ ਬਿਲਕੁਲ ਉਲਟ ਪੈ ਗਈਆਂ। ਪਰ ਨਵਜੋਤ ਸਿੰਘ ਸਿੱਧੂ ਨੂੰ ਕੈਪਟਨ ਅਮਰਿੰਦਰ ਸਿੰਘ ਹੋਣਾ ਨੇ ਸਮਝਣ ਦੇ ਵਿੱਚ ਲੱਗਦਾ ਕਿ ਗਲਤੀ ਕਰ ਦਿੱਤੀ। ਗਲਤੀ ਇਸ ਤਰੀਕੇ ਨਾਲ ਕਰ ਦਿੱਤੀ, ਇਹਨਾਂ ਨੇ ਜਿਹੜਾ ਕੈਪਟਨ ਅਮਰਿੰਦਰ ਸਿੰਘ ਹੋਣਾ ਨੇ ਨਵਜੋਤ ਸਿੱਧੂ ਦੇ ਖਿਲਾਫ ਇੱਕ ਹਮਲਾਵਰੀ ਨੀਤੀ ਜਿਸ ਤਰ੍ਹਾਂ ਉਹ ਪਹਿਲਾਂ ਅਪਣਾਉਂਦੇ ਰਹੇ ਉਹ ਨੀਤੀ ਅਪਣਾਈ, ਪਰ ਲੋਕਾਂ ਨੇ ਉਸ ਦਾ ਸਾਥ ਨਹੀਂ ਦਿੱਤਾ। ਉਲਟਾ ਕੀ ਹੋਇਆ ਕਿ ਨਵਜੋਤ ਸਿੱਧੂ ਦੇ ਨਾਲ ਲੋਕ ਜੁੜਨੇ ਸ਼ੁਰੂ ਹੋ ਗਏ। ਉਸੇ ਸਮੇਂ ਦੇ ਵਿੱਚ ਇਹਨਾਂ ਵੱਲੋਂ ਮੀਟਿੰਗਾਂ ਕੀਤੀਆਂ ਗਈਆਂ। ਜਦੋਂ ਮੀਟਿੰਗਾਂ ਕੀਤੀਆਂ ਗਈਆਂ ਤਾਂ ਮੀਟਿੰਗਾਂ ਦਾ ਨਤੀਜਾ ਬਿਲਕੁਲ ਉਲਟ ਗਿਆ ਔਰ ਉਹਦੇ ਵਿੱਚ ਜਿਹੜੇ ਇਹਨਾਂ ਦੇ ਮੰਤਰੀ ਸਨ, ਇਹਨਾਂ ਦੇ ਵਿਧਾਇਕ ਸਨ ਕੈਪਟਨ ਅਮਰਿੰਦਰ ਦੇ ਕੈਂਪ ਦੇ, ਉਹੀ ਕੈਪਟਨ ਅਮਰਿੰਦਰ ਨੂੰ ਸਵਾਲ ਕਰਨੇ ਲੱਗ ਪਏ, ਜਿਸ ਕਾਰਨ ਸੁਨੀਲ ਜਾਖੜ ਦਾ ਅਸਤੀਫਾ ਵੀ ਸਾਹਮਣੇ ਆਇਆ, ਸੁਖਜਿੰਦਰ ਰੰਧਾਵੇ ਦਾ ਅਸਤੀਫਾ ਵੀ ਜਿਹੜਾ ਸਾਨੂੰ ਵੇਖਣ ਨੂੰ ਮਿਲਦਾ ਹੈ। ਕਹਿਣ ਦਾ ਭਾਵ ਇਹ ਹੈ ਕਿ ਜੋ ਅੱਜ ਦੀ ਸਥਿਤੀ ਹੈ, ਅੱਜ ਦੀ ਸਥਿਤੀ ਇਹ ਹੈ ਕਿ ਕੈਪਟਨ ਅਮਰਿੰਦਰ ਸਿੰਘ ਹੁਣੀ ਕੁਰਾਲੀ ਦੇ ਜਿਹੜੇ ਲਾਗੇ ਫਾਰਮ ਬਣਿਆ, ਜਾਂ ਤਾਂ ਉੱਥੇ ਬੈਠਣ ਨੂੰ ਮਜਬੂਰ ਹੋ ਗਿਆ ਤੇ ਜਾਂ ਆਪਣੇ ਸੀਸ ਮਹਿਲਾਂ ਦੇ ਵਿੱਚ। ਇਸ ਔਰ ਵੱਡਾ ਜਿਹੜੀ ਸਭ ਤੋਂ ਖਾਸ ਸਾਡੇ ਧਿਆਨ ਦੀ ਮੰਗ ਕਰਦੀ ਗੱਲ ਉਹ ਇਹ ਆ ਕਿ ਕੈਪਟਨ ਅਮਰਿੰਦਰ ਸਿੰਘ ਹੋਣਾ ਦਾ ਆਪਣਾ ਕੋਈ ਵੀ ਵਿਅਕਤੀ, ਉਹਨਾਂ ਦੇ ਮੰਤਰੀ ਮੰਡਲ ਦਾ ਜਿਹੜਾ ਉਹਨਾਂ ਦੇ ਸਾਥੀ ਰਹਿ ਚੁੱਕੇ ਨੇ, ਕੋਈ ਵੀ ਉਹਨਾਂ ਦੇ ਹੱਕ ਵਿੱਚ ਬਿਆਨ ਨਹੀਂ ਦੇ ਰਿਹਾ। ਜਿਸ ਤਰ੍ਹਾਂ ਪਹਿਲਾਂ ਜਿਹੜੀ ਆ ਨਵਜੋਤ ਸਿੱਧੂ ਵੱਲੋਂ ਬਿਆਨ ਕਰਨ ਦੇ ਬਾਅਦ ਜਿਹੜੀ ਫਾਈਟਿੰਗ ਸ਼ੁਰੂ ਹੁੰਦੀ ਸੀ, ਫਾਇਰਿੰਗ ਜਿਹੜੀ ਸ਼ੁਰੂ ਹੁੰਦੀ ਸੀ, ਨਹੀਂ ਹੁੰਦੀ। ਅੱਛਾ, ਹੁਣ ਕੀ ਹੈ, ਦੋ ਬੰਦੇ ਬੋਲੇ, ਸਾਧੂ ਸਿੰਘ ਧਰਮਸੋਤ ਬੋਲਿਆ। ਜਦੋਂ ਉਹ ਬੋਲਿਆ ਲੋਕਾਂ ਨੇ ਉਹਦੀਆਂ ਗੱਲਾਂ ਦਾ ਮਜ਼ਾਕ ਉਡਾ ਕੇ ਭਾਈ ਸਾਹਿਬ ਤੂੰ ਬੋਲਣ ਵਾਲਾ ਕਿਹੜਾ ਛੱਜ ਦਾ ਬੋਲੇ, ਛਾਨਣੀ ਕੋ ਬੋਲੇ, ਛਾਨਣੀ ਕੋ ਬੋਲੇ, ਚਲੋ ਸੀਰੀਅਸ ਨਹੀਂ ਲੈਂਦਾ। ਤੇ
ਨਹੀਂ, ਉਹਦੀ ਸਟੇਟਮੈਂਟ ਕਿਉਂ ਸੀਰੀਅਸ ਲਊਗਾ? ਕਹਿੰਦਾ ਤੂੰ ਤੇ ਆਪ ਦੋਸ਼ੀ ਹੈ ਕਿ ਇਹਨਾਂ ਦਲਿਤ ਭਾਈਚਾਰੇ ਦਾ ਵਜੀਫਾ ਤੂੰ ਖਾ ਗਿਆ। ਦੂਜਾ ਆਪਣੇ ਰਾਣਾ ਗੁਰਜੀਤ ਬੋਲਿਆ, ਉਹਦੇ ਤੇ ਵੀ ਇਲਜ਼ਾਮ ਲੱਗ ਗਿਆ। ਤਾਂ ਮੰਤਰੀ ਜਿਹੜੇ ਸੀ, ਜਿਹੜੇ ਦੋ ਉਹਦੇ ਹੱਕ 'ਚ ਬੋਲੇ, ਉਹਨਾਂ ਦਾ ਆਪਣਾ ਕੋਈ ਵਜੂਦ ਨਹੀਂ ਹੈ। ਤੀਸਰਾ, ਕੈਪਟਨ ਅਮਰਿੰਦਰ ਸਿੰਘ ਹੋਣਾ ਦੇ ਸਭ ਤੋਂ ਤਗੜੇ ਹਮਾਇਤੀ ਦੇ ਰੂਪ 'ਚ ਤ੍ਰਿਪਤ ਰਜਿੰਦਰ ਸਿੰਘ ਬਾਜਵੇ ਨੂੰ ਦੇਖਿਆ ਜਾਂਦਾ, ਜਿਹੜੇ 2 ਨੰਬਰ ਤੇ ਅਸੀਂ ਕਹਿ ਸਕਦੇ ਕਿ ਕੈਪਟਨ ਦੀ ਵਜ਼ਾਰਤ ਦੇ ਵਿੱਚ ਨੇਤਾ ਨੇ। ਉਹਨਾਂ ਨੇ ਵੀ ਅੱਜ ਕੈਪਟਨ ਅਮਰਿੰਦਰ ਸਿੰਘ ਵੱਲੋਂ ਬਣਾਈ ਸਿੱਟ ਤੇ ਉਹਦੇ ਕਾਰਜਕਾਲ ਉੱਤੇ ਬਣਾਏ ਕਾਰਜਕਾਲ ਉੱਤੇ ਇੱਕ ਪ੍ਰਸ਼ਨ ਉਠਾਇਆ ਕਿ ਇਹ ਇੰਨਾ ਲੰਮਾ ਕਿਉਂ ਹੈ। ਹੁਣ ਦੇਖੋ, ਜਦੋਂ ਇਹੋ ਜਿਹੇ ਤੁਹਾਡੇ ਆਪਣੇ ਸਾਥੀ ਜਿਹੜੇ ਨੇ ਅਜਿਹੀਆਂ ਗੱਲਾਂ ਕਰਦੇ ਨੇ, ਤਾਂ ਫਿਰ ਕੁਦਰਤੀ ਤੌਰ ਤੇ ਆ ਕਿ ਤੁਸੀਂ ਇਕੱਲੇ ਪੈ ਗਏ ਜੇ ਜਾਂ ਇਕੱਲੇ ਪੈਂਦੇ ਜਾ ਰਹੇ ਜੇ, ਔਰ ਤੁਸੀਂ ਹੁਣ ਬੈਕਫੁੱਟ ਤੇ ਜਾ ਰਹੇ ਜੇ। ਉਹੋ ਜਿਹੀਆਂ ਸਥਿਤੀਆਂ ਜਿਹੜੀਆਂ ਨੇ ਅੱਜ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੂੰ ਪੇਸ਼ ਕਰਨੀਆਂ ਪੈ ਰਹੀਆਂ ਨੇ, ਉਹਨਾਂ ਦਾ ਸਾਹਮਣਾ ਕਰਨਾ ਪੈ ਰਿਹਾ। ਔਰ ਦੂਸਰੇ ਪਾਸੇ ਨਵਜੋਤ ਸਿੱਧੂ ਜਿਹੜਾ ਹੈ, ਉਹ ਹਰ ਦਿਨ ਜਦੋਂ ਵੀ ਇੱਕ ਦਿਨ ਚੜ੍ਹਦਾ, ਉਸ ਦੀ ਸਥਿਤੀ ਹੋਰ ਮਜ਼ਬੂਤ ਹੁੰਦੀ ਜਾਂਦੀ ਹੈ। ਤੁਸੀਂ ਸਟਾਰਟ ਤੇ ਮੈਨੂੰ ਪ੍ਰਸ਼ਨ ਕੀਤਾ ਸੀ ਕਿ ਦੇਖੋ, ਕੈਪਟਨ ਅਮਰਿੰਦਰ ਸਿੰਘ ਹੋਣਾ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਮੁਕਤ ਕਰਕੇ ਇਹਨਾਂ ਨੂੰ ਬਣਾਇਆ, ਨਵਜੋਤ ਸਿੱਧੂ ਬਣਾਇਆ ਜਾ ਸਕਦਾ ਜਾਂ ਨਹੀਂ ਹੈ, ਜਾਂ ਲੋਕੀ ਇਸ ਤਰ੍ਹਾਂ ਸੋਚ ਸਕਦੇ। ਵੇਖੋ, ਮੈਂ ਕੱਲ ਵੀ ਆਪਾਂ ਆਪਣੇ ਪ੍ਰੋਗਰਾਮ 'ਚ ਇੰਨੀ ਗੱਲ ਕੀਤੀ ਸੀ ਕਿ ਅਜੇ ਉਹ ਸਥਿਤੀਆਂ ਜਿਹੜੀਆਂ ਨੇ ਉਹ ਨਹੀਂ ਆਈਆਂ। ਬੇਸ਼ੱਕ ਕਾਂਗਰਸ ਹਾਈ ਕਮਾਨ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਹੋਣਾ ਦੇ ਹਮਾਇਤੀਆਂ ਦਾ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਜਿਹੜਾ ਗਰੁੱਪ ਆ ਉਹ ਥੋੜਾ ਹੁੰਦਾ ਜਾ ਰਿਹਾ, ਪਰ ਇਹਦੇ ਬਾਵਜੂਦ ਕੈਪਟਨ ਅਮਰਿੰਦਰ ਸਿੰਘ ਹੋਣਾ ਦਾ ਇੱਕ ਆਪਣੀ ਪਹਿਚਾਣ ਜਿਹੜੀ ਹੈ ਕਾਂਗਰਸ ਹਾਈ ਕਮਾਨ 'ਚ ਹੈ। ਕਿ ਇਸ ਸਮੇਂ ਕੇ ਨਟਵਰ ਸਿੰਘ ਵਰਗੇ ਬੰਦੇ, ਗੁਲਾਮ ਨਬੀ ਆਜ਼ਾਦ ਵਰਗੇ ਬੰਦੇ, ਜਾਂ ਇਹੋ ਜਿਹੇ ਬੰਦੇ ਜਿਹੜੇ ਸੀ, ਉਹ ਕੈਪਟਨ ਅਮਰਿੰਦਰ ਸਿੰਘ ਹੋਣਾ ਦੀ ਪਿੱਠ ਤੇ ਖਲੋਂਦੇ ਸੀ, ਜਾਂ ਇਹਨਾਂ ਦਾ ਇੱਕ ਧੜਾ ਜਿਹੜਾ ਹਾਈ ਕਮਾਨ 'ਚ ਮਜ਼ਬੂਤ ਸੀ। ਕਿ ਨਟਵਰ ਸਿੰਘ ਜਿਹੜਾ ਹੈ, ਉਹ ਉਹਨਾਂ ਦੀ ਆਪਣਾ ਰਿਸ਼ਤੇਦਾਰੀ, ਉਹ ਵੀ ਦੂਰ ਜਾ ਚੁੱਕਾ, ਪਤਾ ਨਹੀਂ ਕਿਹੜੇ ਗੁਮਨਾਮੀਆਂ ਦੇ ਹਨੇਰੇ 'ਚ ਗਵਾ ਚੁੱਕਾ। ਗੁਲਾਮ ਨਬੀ ਆਜ਼ਾਦ ਕਸ਼ਮੀਰ ਦੇ ਵਿੱਚ ਹੈ। ਸੋ ਇਹਦੇ ਬਾਵਜੂਦ ਕੈਪਟਨ ਅਮਰਿੰਦਰ ਦੀ ਅਜੇ ਉਹ ਸਥਿਤੀ ਜਿਹੜੀ ਆ, ਉਹ ਅਜੇ ਨਹੀਂ ਆਏਗੀ ਕਿ ਹਾਈ ਕਮਾਨ ਇੱਕਦਮ ਹੀ ਇਹਨੂੰ ਸਾਈਡਲਾਈਨ ਕਰ ਦੇਵੇ। ਦੂਸਰੇ ਬੰਨੇ ਮੈਂ ਇਹ ਗੱਲ ਦਾਅਵੇ ਨਾਲ ਕਹਿ ਸਕਦਾ ਕਿ ਨਵਜੋਤ ਸਿੱਧੂ ਕਦੇ ਵੀ ਡਿਪਟੀ ਉਪ ਮੁੱਖ ਮੰਤਰੀ ਦੇ, ਜਿਹੜੀ ਅੱਜ ਦੇ ਸਮੇਂ ਦੇ ਵਿੱਚ ਡਿਪਟੀ ਉਪ ਮੁੱਖ ਮੰਤਰੀ ਦੇ ਅਹੁਦੇ ਨੂੰ ਸਵੀਕਾਰ ਹੋਊਗਾ, ਈਵਨ ਕਿ ਉਸ ਨੂੰ ਮੁੱਖ ਮੰਤਰੀ ਦਾ ਅਹੁਦਾ ਵੀ ਅਗਰ ਦਿਓ ਨਾ, ਤਾਂ ਨਵਜੋਤ ਸਿੱਧੂ ਕਦੇ ਵੀ ਅੱਜ ਦੇ ਦਿਨਾਂ ਦੇ ਵਿੱਚ ਇਸ ਅਹੁਦੇ ਨੂੰ ਸਵੀਕਾਰ ਨਹੀਂ ਕਰੇਗਾ। ਉਸ ਦਾ ਕਾਰਨ ਹੈ, ਜੇਕਰ ਕਾਂਗਰਸ ਹਾਈ ਕਮਾਨ ਵੱਲੋਂ ਦਿੱਤੇ ਗਏ ਡਿਪਟੀ ਉਪ ਮੁੱਖ ਮੰਤਰੀ ਦੇ ਅਹੁਦੇ ਨੂੰ ਸਵੀਕਾਰ ਕਰਦਾ, ਤਾਂ ਇੱਕਦਮ ਉਸ ਦਾ ਜਿਹੜਾ ਇਹ ਜੀਵਨ, ਰਾਜਸੀ ਜੀਵਨ, ਇਹ ਖਤਮ ਹੋ ਜਾਏਗਾ। ਕਿਉਂਕਿ ਲੋਕਾਂ ਨੇ ਇਹ ਕਹਿਣਾ ਕਿ ਇਹਦੇ ਗੱਲ ਇਹ ਵੀ ਮੈਂ ਤੁਹਾਨੂੰ ਦੱਸ ਦਿਆਂ ਕਿ ਇਸ ਗੱਲ ਦਾ ਦਾਅਵਾ ਮੈਂ ਵੀ ਕਰਦਾ ਕਿ ਨਵਜੋਤ ਸਿੰਘ ਸਿੱਧੂ ਨੇ ਜਿਹੜਾ ਡਿਪਟੀ ਸੀਐਮ ਦਾ ਅਹੁਦਾ ਸਵੀਕਾਰ ਨਹੀਂ ਸੀ ਕਰਨਾ। ਤੇ ਇਹ ਵੀ ਤੁਹਾਨੂੰ ਅਸੀਂ ਆਪ ਦੱਸ ਦਿੰਦੇ ਆਪਣੇ ਪ੍ਰੋਗਰਾਮ ਦੇ ਵਿੱਚ ਕਿ ਅੱਜ ਤੋਂ 2-3 ਮਹੀਨੇ ਪਹਿਲਾਂ ਤੋਂ ਜਿਹੜਾ ਡਿਪਟੀ ਸੀਐਮ ਦਾ ਅਹੁਦਾ ਨਕਾਰ ਚੁੱਕੇ ਨੇ। ਇਹਦੇ ਵਿੱਚ ਵੱਡੀ ਗੱਲ ਇਹ ਹੈ ਕਿ ਜੇਕਰ ਉਹ ਡਿਪਟੀ ਸੀਐਮ ਦਾ ਅਹੁਦਾ ਲੈ ਵੀ ਲੈਂਦੇ ਨੇ, ਤਾਂ ਫਿਰ ਉਹ ਕਰ ਕੀ ਸਕਦੇ ਆ? ਫਿਰ ਵੀ ਜਿਹੜੀ ਪਾਵਰ ਤਾਂ ਉਹ ਕੈਪਟਨ ਅਮਰਿੰਦਰ ਸਿੰਘ ਦੇ ਹੱਥ ਸੀ ਨਾ। ਜਿਵੇਂ ਆਮ ਵਿਧਾਇਕ ਬਣ ਕੇ ਜਿੰਨੀ ਕੁ ਹੁਣ ਨਵਜੋਤ ਸਿੰਘ ਸਿੱਧੂ ਦੀ ਚੱਲਦੀ ਆ, ਜਾਂ ਫਿਰ ਜਿੰਨੀ ਕੁ ਮੰਤਰੀ ਬਣ ਕੇ ਚੱਲਦੀ ਸੀ, ਉਨੀ ਕੁ ਹੀ ਚੱਲਣੀ ਸੀ, ਜਾਂ ਉਦੋਂ ਘੱਟ ਵੀ ਆਪਾਂ ਕਹਿ ਸਕਦੇ ਹਾਂ। ਪਰ ਉਸ ਤੋਂ ਜ਼ਿਆਦਾ ਜੇ ਆਪਾਂ ਕਹਿ ਦਈਏ ਡਿਪਟੀ ਸੀਐਮ ਬਣ ਕੇ ਚੱਲ ਸਕਦੀ ਸੀ, ਨਹੀਂ। ਇਸੇ ਕਰਕੇ ਨਵਜੋਤ ਸਿੰਘ ਸਿੱਧੂ ਨੂੰ ਲੱਗਿਆ ਕਿ ਮੈਨੂੰ ਡਿਪਟੀ ਸੀਐਮ ਦਾ ਅਹੁਦਾ ਲੈਣ ਦਾ ਫਾਇਦਾ ਕੋਈ ਨਹੀਂ, ਜਿਹਦੇ ਕਰਕੇ ਉਹਨਾਂ ਨੇ ਡਿਪਟੀ ਸੀਐਮ ਦਾ ਅਹੁਦਾ ਜਿਹੜਾ ਨਕਾਰ ਦਿੱਤਾ। ਇਹ ਗੱਲ ਅਸੀਂ ਜਿਹੜੀ ਆ ਉਹ ਦਾਅਵੇ ਦੇ ਨਾਲ ਕਹਿ ਸਕਦੇ। ਦੇਖੋ, ਉਹਨਾਂ ਦੇ ਮਨ ਦੀ ਕੀ ਇੱਛਾ ਹੈ, ਨਵਜੋਤ ਸਿੱਧੂ ਦੇ ਮਨ ਦੀ ਕੀ ਇੱਛਾ, ਇਹ ਤਾਂ ਉਹ ਵਿਅਕਤੀ ਜਾਣਦਾ, ਉਸਨੇ ਨਕਾਰਿਆ ਜਾਂ ਨਹੀਂ ਨਕਾਰਿਆ। ਪਰ ਦੇਖੋ, ਕਾਰਨ ਕੀ ਹੈ, ਕਿਉਂਕਿ ਆਖਰ ਉਸ ਨੂੰ ਵੀ 40 ਸਾਲ ਇਸ ਰਾਜਨੀਤੀ ਦੇ ਮੈਦਾਨ 'ਚ ਹੋ ਗਏ ਨੇ। ਰਾਜਨੀਤੀ ਦੇ ਉਤਾਰ ਚੜਾਅ ਨੂੰ ਉਹ ਵੀ ਬਰੀਕੀਆਂ ਜਿਹੜੀਆਂ ਉਹ ਸਮਝ ਗਿਆ। ਮੈਂ ਇਸੇ ਕਰਕੇ ਕਹਿ ਰਿਹਾ ਕਿ ਉਹ ਕਦੇ ਵੀ ਇਹਨਾਂ ਦਿਨਾਂ ਦੇ ਵਿੱਚ ਕੋਈ ਵੀ ਅਹੁਦਾ, ਖਾਸ ਤੌਰ ਤੇ ਜਿਹੜਾ ਇਸ ਤਰ੍ਹਾਂ ਦਾ ਅਹੁਦੇ ਦੇ ਤੁਸੀਂ ਡਿਪਟੀ ਮੁੱਖ ਮੰਤਰੀ ਜਾਂ ਮੁੱਖ ਮੰਤਰੀ ਦਾ ਅਹੁਦਾ ਵੀ ਸਵੀਕਾਰ ਨਹੀਂ ਕਰੇਗਾ। ਹਾਂ, ਉਹ ਅਹੁਦਾ ਜਿਹੜਾ ਹੈ ਉਹ ਪੰਜਾਬ ਕਾਂਗਰਸ ਦੇ ਪ੍ਰਧਾਨ ਦਾ ਅਹੁਦਾ ਸਵੀਕਾਰ ਕਰ ਸਕਦਾ, ਉਹ ਵੀ ਇਸ ਸੰਦਰਭ ਦੇ ਵਿੱਚ ਕਿ ਕੱਲ੍ਹ ਨੂੰ ਜਿਹੜੀਆਂ ਵੋਟਾਂ ਪੈਣੀਆਂ ਨੇ, ਔਰ ਉਹਨਾਂ ਵੋਟਾਂ ਦੇ ਵਿੱਚ ਕਾਂਗਰਸ ਪਾਰਟੀ ਦੀ ਜਿਹੜੀ ਸਥਿਤੀ ਹੈ, ਜਿਹੜੀ ਪਤਲੀ ਪੈ ਚੁੱਕੀ ਆ, ਉਸ ਨੂੰ ਮਜ਼ਬੂਤ ਆਧਾਰ ਬਖਸ਼ਿਆ ਜਾ ਸਕੇ। ਔਰ ਇਸ ਗੱਲ ਤੇ ਜਿਹੜੀ ਕਾਂਗਰਸ ਹਾਈ ਕਮਾਨ ਆ, ਉਹ ਵੀ ਇਸ ਗੱਲ ਨਾਲ ਸਹਿਮਤ ਜਿਹੜੀ ਹੈਗੀ ਆ ਕਿ ਜਿਹੜਾ ਇਸ ਵੇਲੇ ਜਿਹੜਾ ਰਾਜਨੀਤਿਕ ਚੋਣਾਂ ਦੇ ਵਿੱਚ ਅਸੀਂ ਘੋੜਾ ਜਿਹੜਾ ਬਦਲ ਕੇ ਵੇਖ ਲਈਏ, ਉਹ ਘੋੜਾ ਨਵਜੋਤ ਸਿੱਧੂ ਦੇ ਰੂਪ 'ਚ ਹੋ ਸਕਦਾ। ਜਿਸ ਤਰ੍ਹਾਂ ਤੁਸੀਂ ਸਟਾਰਟ ਤੇ ਗੱਲ ਕੀਤੀ ਕਿ ਅੰਬਾਲੇ ਤੋਂ ਅੱਗੇ ਨਾ ਤਾਂ ਪ੍ਰਤਾਪ ਬਾਜਵਾ ਨੂੰ ਕੋਈ ਜਾਣਦਾ, ਨਾ ਸ਼ਮਸ਼ੇਰ ਸਿੰਘ ਦੂਲੋ ਨੂੰ ਕੋਈ ਜਾਣਦਾ, ਤੇ ਨਾ ਹੀ ਕੈਪਟਨ ਅਮਰਿੰਦਰ ਦੀ ਕੋਈ ਅੰਬਾਲੇ ਤੋਂ ਅੱਗੇ ਹੋਂਦ ਹੋ ਸਕਦੀ ਹੈ। ਪਰ ਜੇਕਰ ਨਵਜੋਤ ਸਿੱਧੂ ਪੰਜਾਬ ਦੇ ਕਿਸੇ ਕੋਨੇ 'ਚ ਵੀ ਜਾਂਦਾ, ਤਾਂ ਲੋਕ ਉਸ ਦੀ ਸੁਣਦੇ ਨੇ, ਲੋਕ ਉਸ ਨੂੰ ਵੇਖਣਾ ਪਸੰਦ ਕਰਦੇ ਆ, ਤਾਂ ਜੋ ਉਹਨਾਂ ਨੂੰ ਲੱਗੇ ਕਿ ਇੱਕ ਬਦਲਾਵ ਜਿਹੜਾ ਹੈ ਕਾਂਗਰਸ ਪਾਰਟੀ ਦੇ ਵਿੱਚ ਆ ਰਿਹਾ। ਸੋ ਇਹ ਗੱਲ ਮੈਂ ਆਪਣੇ ਸੂਤਰਾਂ ਤੋਂ ਜਿਹੜੀ ਸਾਨੂੰ ਜਾਣਕਾਰੀ ਮਿਲੀ ਹੈ, ਦਾਅਵੇ ਨਾਲ ਮੈਂ ਇਹ ਗੱਲ ਕਹਿ ਰਿਹਾ ਕਿ ਉਹਨਾਂ ਨੂੰ ਪੰਜਾਬ ਕਾਂਗਰਸ
ਪ੍ਰਧਾਨ ਦਾ ਜਿਹੜਾ ਅਹੁਦਾ ਆ ਮਿਲ ਸਕਦਾ। ਔਰ ਦੇਖੋ ਇਹ ਸਾਰੇ ਐਪੀਸੋਡ ਦੇ ਵਿੱਚ ਸੁਨੀਲ ਜਾਖੜ ਦੀ ਕੁਰਬਾਨੀ ਦਿੱਤੀ ਜਾ ਸਕਦੀ ਆ। ਰਾਜਿਆਂ ਵਾਸਤੇ ਕਿਸੇ ਨੂੰ ਦਰਕਨਾਰ ਕਰਨਾ ਕੋਈ ਔਖੀ ਗੱਲ ਨਹੀਂ। ਜੇਕਰ ਕਿਸੇ ਰਾਜੇ ਨੂੰ ਇਹ ਪਤਾ ਲੱਗੇ, ਇਤਿਹਾਸ ਸਿੱਧੂ ਸਾਹਿਬ ਇਹ ਗੱਲ ਗਵਾਹ ਆ ਕਿ ਕੁਰਸੀ ਖਾਤਰ ਇੱਥੇ ਪਿਓ ਪੁੱਤਰ ਦਾ ਕਤਲ ਕਰਦਾ ਰਿਹਾ ਔਰ ਪੁੱਤਰ ਪਿਓ ਦਾ ਕਰਦਾ ਰਿਹਾ, ਤਾਂ ਯਾਰੀਆਂ ਦੋਸਤੀਆਂ ਕੋਈ ਅਹਿਮ ਜਿਹੜੀ ਆ ਉਹ ਮੁੱਦੇ ਨਹੀਂ ਰੱਖਦੇ। ਜੇਕਰ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਕਿਸੇ ਵੀ ਮੋੜ ਤੇ ਇਦਾਂ ਲੱਗਾ ਕਿ ਸੁਨੀਲ ਜਾਖੜ ਦੀ ਕੁਰਬਾਨੀ ਦੇ ਕੇ ਮੇਰੀ ਕੁਰਸੀ ਬਜਾਈ ਜਾ ਸਕਦੀ ਆ, ਤਾਂ ਉਹਨਾਂ ਨੂੰ ਸੁਨੀਲ ਜਾਖੜ ਦੀ ਕੁਰਬਾਨੀ ਪਰ ਮੈਨੂੰ ਲੱਗ ਰਿਹਾ ਕਿ ਸੁਨੀਲ ਜਾਖੜ ਦੀ ਕੁਰਬਾਨੀ ਦੇ ਕੇ ਵੀ ਕੈਪਟਨ ਅਮਰਿੰਦਰ ਸਿੰਘ ਦੀ ਕੁਰਸੀ ਵੱਜਦੀ ਦਿਖਾਈ ਇਸ ਵਕਤ ਦੇ ਨਹੀਂ ਰਹੀ, ਕਿਉਂਕਿ ਜੇਕਰ ਪ੍ਰਧਾਨ ਬਣ ਗਏ ਨਵਜੋਤ ਸਿੰਘ ਸਿੱਧੂ ਤਾਂ ਟਿਕਟਾਂ ਵੰਡਣ ਦੀ ਵੀ ਪਾਵਰ ਰੱਖਣਗੇ। ਜਿੰਨੇ ਬੰਦੇ ਨਾਲ ਜ਼ਿਆਦਾ ਜਿੱਤਣਗੇ ਉਹਨਾਂ ਧੜਾ ਮਜ਼ਬੂਤ ਵੀ ਹੋਏਗਾ ਤੇ ਮੁੱਖ ਮੰਤਰੀ ਦੀ ਦਾਅਵੇਦਾਰੀ ਵੀ ਉਨੀ ਮਜ਼ਬੂਤੀ ਦੇ ਨਾਲ ਨਵਜੋਤ ਸਿੰਘ ਸਿੱਧੂ ਦੀ ਬਣਦੀ। ਨਹੀਂ, ਉਹ ਬਿਲਕੁਲ ਤੁਹਾਡੀ ਗੱਲ ਠੀਕ ਹੈਗੀ ਆ, ਪਰ ਮੈਂ ਫਿਰ ਇੱਕ ਗੱਲ ਆਪਣੇ ਦਰਸ਼ਕਾਂ ਨੂੰ ਔਰ ਤੁਹਾਨੂੰ ਮੈਂ ਯਾਦ ਕਰਾਂਦਾ, ਕੈਪਟਨ ਅਮਰਿੰਦਰ ਸਿੰਘ ਵੀ ਅਜੇ ਉਹ ਪੂਰਨ ਤੌਰ ਤੇ ਮੁੱਖ ਮੰਤਰੀ ਹੈ, ਜਿਹਦੇ ਨਾਲ ਲੋਕ ਜਿਹੜੇ ਨਾਲ ਉਹਦੇ ਵਿਧਾਇਕ ਔਰ MLA ਹੈਗੇ ਨੇ। ਕੱਲ੍ਹ ਨੂੰ ਜਦੋਂ ਟਿਕਟਾਂ ਦੀ ਵੰਡ ਦੀ ਗੱਲ ਹੁੰਦੀ ਆ, ਉਹ ਸਥਿਤੀਆਂ ਕੀ ਹੋਣਗੀਆਂ, ਕਿਹੜੀ ਕਿੰਨੇ ਦੀ ਵੰਡ ਹੋਏਗੀ, ਉਹ ਇੱਕ ਵੱਖਰਾ ਇਸ਼ੂ ਹੈ। ਅੱਜ ਦਾ ਜਿਹੜਾ ਸਾਡਾ ਵਿਸ਼ਾ ਹੈ ਉਹ ਕੇਵਲ ਔਰ ਕੇਵਲ ਉਹਨਾਂ ਸਥਿਤੀਆਂ ਨੂੰ ਬਚਣ ਦਾ ਆ ਕਿ ਨਵਜੋਤ ਸਿੱਧੂ ਦੀ ਜਿਹੜੀ ਸਥਿਤੀ ਆ ਉਹ ਕੀ ਹੈ ਔਰ ਕੈਪਟਨ ਦੀ ਸਥਿਤੀ ਕੀ ਹੈ। ਜਿਹੜੀ ਕੈਪਟਨ ਦੀ ਸਥਿਤੀ ਹੈ ਉਹ ਬਿਲਕੁਲ ਇਸ ਵੇਲੇ ਤਰਸਮਈ ਹੈ, ਤਰਸਯੋਗ ਆ। ਉਹ ਘਰ ਬੈਠਣ ਨੂੰ ਮਜਬੂਰ ਹੋ ਗਿਆ। ਦੇਖੋ ਕੱਲ ਨਵਜੋਤ ਕੌਰ ਸਿੱਧੂ ਦਾ ਟਵੀਟ ਆਇਆ, ਉਹਦੇ ਸੰਬੰਧ ਦੇ ਵਿੱਚ ਵੀ ਕੈਪਟਨ ਸਾਹਿਬ ਵੱਲੋਂ ਕੋਈ ਜਿਹੜੀ ਫਾਇਰ ਫਾਈਟਿੰਗ ਨਹੀਂ ਕੀਤੀ ਗਈ। ਨਹੀਂ ਤਾਂ ਕੈਪਟਨ ਅਮਰਿੰਦਰ ਸਿੰਘ ਇਹ ਡੀਕਦਾ ਹੁੰਦਾ ਸੀ ਕਿ ਉਧਰ ਕੋਈ ਸਟੇਟਮੈਂਟ ਆਵੇ ਤੇ ਮੈਂ ਆਪਣੇ ਬਿਆਨ ਕਰਾਂ। ਪ੍ਰਸ਼ਨ ਤਾਂ ਇਹ ਆ ਕਿ ਅਮਰਿੰਦਰ ਸਿੰਘ ਹੋਣਾ ਨੂੰ ਆਪਣੇ ਪੈਰਾਂ ਤੋਂ ਹੇਠਾਂ ਜਿਹੜੀ ਧਰਤ ਖੁੱਸਦੀ ਜਾਪਈ ਆ ਜਾਂ ਧਰਤੀ ਜਿਹੜੀ ਖੁਰ ਗਈ ਉਸ ਦਾ ਅਹਿਸਾਸ ਹੋ ਚੁੱਕਾ, ਤਾਂ ਜੋ ਉਹ ਚੁੱਪ ਕਰਕੇ ਆਪਣੇ ਮਹਿਲਾਂ ਦੇ ਵਿੱਚ ਵੜ ਗਏ ਨੇ ਔਰ ਉੱਥੇ ਜਾ ਕੇ ਉਹ ਆਪਣਾ ਮੰਥਨ ਕਰ ਰਹੇ ਹੋਣ। ਇਹ ਜਿਹੜਾ ਸਮਾਂ ਹੈ ਇਹ ਕੈਪਟਨ ਅਮਰਿੰਦਰ ਦੀ ਸਥਿਤੀ ਨੂੰ ਪੇਸ਼ ਕਰਦਾ ਕਿ ਹੁਣ ਕੈਪਟਨ ਅਮਰਿੰਦਰ ਉਸ ਸਥਿਤੀ ਦੇ ਵਿੱਚ ਨਹੀਂ ਹਨ ਜਿਸ ਸਥਿਤੀ ਦੇ ਵਿੱਚ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਸ਼ਮਸ਼ੇਰ ਸਿੰਘ ਦੂਲੋ, ਪ੍ਰਤਾਪ ਸਿੰਘ ਬਾਜਵਾ, ਬੀਬੀ ਰਜਿੰਦਰ ਕੌਰ ਭੱਠਲ ਦੇ ਸਬੰਧ ਦੇ ਵਿੱਚ ਲੜ ਕੇ ਆਪਣੀ ਪੋਜੀਸ਼ਨ ਨੂੰ ਮਜ਼ਬੂਤ ਕਰਦੇ ਰਹੇ ਨੇ। ਜਦੋਂ ਅਸੀਂ ਇੱਕ ਹੋਰ ਤੁਹਾਡੇ ਨਾਲ ਮੈਂ ਗੱਲ ਕਰਦਾ ਕਿ ਜਿਹੜੀ SIT ਦੀ ਗੱਲ ਜਿਹੜੀ ਚੱਲ ਰਹੀ ਹੈ, ਜਿਹੜਾ 6 ਮਹੀਨੇ ਦਾ ਸਮਾਂ ਦਿੱਤਾ, ਔਰ ਹੁਣ ਇਹ ਗੱਲ ਕਲੀਅਰ ਥੋੜਾ ਕਿ 6 ਮਹੀਨੇ ਬਾਅਦ ਜਦੋਂ SIT ਦੀ ਰਿਪੋਰਟ ਆਏਗੀ ਉਹ ਬਿਲਕੁਲ ਨਿਰਪੱਖ ਆਏਗੀ ਤੇ ਜਾਂ ਉਹ ਬਾਦਲਾਂ ਦੇ ਖਿਲਾਫ ਆਏਗੀ। ਜੇਕਰ 6 ਮਹੀਨਿਆਂ ਦੇ ਵਿੱਚ ਉਹ ਜਿਹੜੇ ਆ ਕ੍ਰਿਸ਼ਨ ਭਗਵਾਨ ਸਿੰਘ ਦੇ ਬੇਟੇ ਨੇ ਵੀ ਚੁੱਕਤੇ, ਉਹ ਕਹਿੰਦੇ ਕਿ ਸਾਨੂੰ SIT ਤੇ ਭਰੋਸਾ ਹੀ ਹੈ ਨਹੀਂ, ਅਸੀਂ SIT ਨੂੰ ਸਹਿਯੋਗ ਹੀ ਨਹੀਂ ਕਰਾਂਗੇ। ਇਸੇ ਮੁੱਦੇ ਤੇ ਸਰਕਾਰ ਬਣੀ ਸੀ ਤੇ ਇਸੇ ਮੁੱਦੇ ਤੇ ਸਰਕਾਰ ਢਹਿਣੀ ਹੈ ਤੇ ਇਹੀ ਮੁੱਦੇ ਨੂੰ ਕੰਟਰੋਲ ਦੇ ਵਿੱਚ ਕਰਨ ਦੇ ਲਈ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਇਹ SIT ਦੀ ਜਿਹੜੀ ਨਵੀਂ ਜਿਹੜੀ ਆਪਾਂ ਕਹਿ ਸਕਦੇ ਹਾਂ ਵਿਉਂਤ ਘੜੀ ਗਈ ਹੈ ਤੇ ਉਸ ਵਿਉਂਤ ਨੂੰ ਖਤਮ ਕਰਦੇ ਹੋਏ ਪਰਿਵਾਰਾਂ ਨੇ ਇਹ ਗੱਲ ਕਹਿਤੀ ਕਿ ਅਸੀਂ ਭਾਈ SIT ਨੂੰ ਸਹਿਯੋਗ ਨਹੀਂ ਕਰਾਂਗੇ, ਜਿਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦੀ ਹਾਲਤ ਜਿਹੜੀ ਹੋਰ ਵੀ ਪਤਲੀ ਹੁੰਦੀ ਦਿਖਾਈ ਦੇ ਰਹੀ ਹੈ। ਦੇਖੋ ਨਾ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਹੁਣੀ ਇਸ ਮੁੱਦੇ ਨੂੰ ਹੀ ਲੈ ਕੇ ਸਰਕਾਰ ਦੇ ਵਿੱਚ ਆਏ, ਸੱਤਾ ਦੇ ਵਿੱਚ ਆਏ ਸੀ ਔਰ ਉਹਨਾਂ ਨੇ ਕ੍ਰਿਸ਼ਨ ਭਗਵਾਨ ਹੋਣਾ ਦੇ ਔਰ ਜਿਨ੍ਹਾਂ ਦੇ ਰੀੜ੍ਹ ਦੀ ਹੱਡੀ 'ਚ ਗੋਲੀ ਵੱਜੀ ਉਹਦਾ ਸੰਬੰਧੀ ਬੜੇ ਬਰਲਾਪ ਜਿਹੜੇ ਸੀ ਉਹਨਾਂ ਨੇ ਸੋਸ਼ਲ ਮੀਡੀਆ ਤੇ ਕੀਤੇ ਜੀ, ਵੇਖੋ ਜੀ ਮੈਂ ਇਨਸਾਫ ਲੈ ਕੇ ਦੇਵਾਂ, ਵੇਖੋ ਜੀ ਇਨਸਾਫ ਲੈ ਕੇ ਦੇਵਾਂਗਾ। ਹੁਣ ਗੱਲ ਹੈਗੀ ਹੈ, ਦੇਖੋ ਜੇਕਰ ਕੈਪਟਨ ਅਮਰਿੰਦਰ ਸਿੰਘ ਹੁਣੀ ਇਸ ਸਿੱਟ ਦੀ ਇਮਾਨਦਾਰੀ, ਇਸ ਸਿੱਟ ਜਿਹੜੀ ਨਵੀਂ ਬਣਾਈ ਆ, ਇੰਨੇ ਇਮਾਨਦਾਰ ਹੁੰਦੇ ਤਾਂ ਉਹ 2 ਮਹੀਨੇ ਦਾ ਸਮਾਂ ਮਿੱਥਦੇ, ਕਿਉਂਕਿ ਉਸ ਹਾਈ ਕੋਰਟ ਦੇ ਜਿਹੜੇ ਹੁਕਮ ਨੇ ਉਹਨਾਂ ਵਿੱਚ ਕਿਤੇ ਵੀ ਇਹ ਨਹੀਂ ਕਿਹਾ ਗਿਆ ਕਿ ਅਸੀਂ ਇਸ SIT ਦੀ ਰਿਪੋਰਟ ਵਿੱਚ ਦਿੱਤੇ ਗਏ ਬਿਆਨਾਂ ਨੂੰ ਖਾਰਜ ਕਰਦੇ। ਉਹਨਾਂ ਨੇ ਕੋਈ ਗੱਲ ਨਹੀਂ, ਉਹਨਾਂ ਨੇ ਰਿਪੋਰਟ ਖਾਰਜ ਕੀਤੀ ਹੈ, ਉਹਨਾਂ ਨੇ ਕਿਤੇ ਬਿਆਨ ਖਾਰਜ ਨਹੀਂ ਕੀਤੇ। ਇਹਦੇ ਉੱਤੇ ਇਹ ਵੀ ਅਮਲ ਹੋ ਸਕਦਾ ਸੀ, ਜਿਹੜੇ ਕਾਨੂੰਨੀ ਪੰਡਤ ਨੇ ਉਹ ਇਹ ਗੱਲ ਦੱਸਦੇ ਨੇ ਕਿ ਜੇ ਕੈਪਟਨ ਅਮਰਿੰਦਰ ਸਿੰਘ ਇੰਨੇ ਗੰਭੀਰ ਹੁੰਦੇ ਤਾਂ ਉਹ ਕਹਿ ਸਕਦੇ ਕਿ ਬਿਆਨ ਜਿਹੜੇ ਨੇ ਉਹੀ ਹੋਣਗੇ, ਤੁਸੀਂ ਬਾਕੀ ਆਧਾਰ ਤੇ ਤੁਸੀਂ ਜਿਹੜੀ ਆਪਣੀ ਰਿਪੋਰਟ ਜਿਹੜੀ ਉਹ ਫਾਈਨਲ ਕਰੋ। ਪਰ ਉਹਨਾਂ ਵੱਲੋਂ ਯਤਨ ਫਿਰ ਇਹੋ ਹੀ ਆ ਕਿ ਇਸ ਮਸਲੇ ਨੂੰ ਠੰਡੇ ਬਸਤੇ 'ਚ ਪਾ ਦਿੱਤਾ ਜਾਵੇ ਤੇ ਟਾਈਮ ਜਿਹੜਾ ਲਗਾ ਦਿੱਤਾ ਜਾਵੇ, ਪਰ ਇਸ ਤਰ੍ਹਾਂ ਹੋਵੇਗਾ ਨਹੀਂ। ਦੇਖੋ ਉਸ ਦਾ ਕਾਰਨ ਹੈ, ਜੇਕਰ ਇਸ ਰਿਪੋਰਟ ਦੇ ਨਾਲ ਕਾਂਗਰਸ ਪਾਰਟੀ ਦੇ ਵਿੱਚ ਘਮਸਾਨ ਬਚਿਆ ਔਰ ਕਾਂਗਰਸ ਪਾਰਟੀ ਟੁੱਟਣ ਦੇ ਕਿਨਾਰੇ ਆ ਗਈ ਹੈ, ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਵਾਸਤੇ ਵੀ 2-4 ਦਿਨ ਜਿਹੜੇ ਖੁਸ਼ੀ ਦੇ ਲੰਘੇ ਉਹ ਹੁਣ ਚਿੰਤਾ ਦੇ ਰੂਪ 'ਚ ਬਦਲ ਗਏ ਆ। ਉਹਨਾਂ ਵੱਲੋਂ ਵੀ ਇਸ ਵੇਲੇ ਬਿਲਕੁਲ ਚੁੱਪ ਆ, ਕਿਉਂਕਿ ਉਹਨਾਂ ਨੂੰ ਵੀ ਪਤਾ ਕਿ ਜੇਕਰ ਰਿਪੋਰਟ ਦਸੰਬਰ ਦੇ ਵਿੱਚ ਫਿਰ ਉਹਨਾਂ ਦੇ ਖਿਲਾਫ ਹੁੰਦੀ ਹੈ ਤਾਂ ਫਿਰ ਉਹ ਕੀ ਕਰਨਗੇ, ਤੇ ਜੇ ਉਹਨਾਂ ਦੇ ਹੱਕ 'ਚ ਆਉਂਦੀ ਤਾਂ ਫਿਰ ਕੀ ਕਰਨਗੇ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਹੁਣ ਕਿਸੇ ਵੀ ਸੂਰਤ ਦੇ ਵਿੱਚ ਬਾਦਲਾਂ ਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕਰੇਗਾ, ਉਹਨੇ ਆਪਣਾ ਅਕਸ ਬਚਾਉਣਾ। ਪਰ ਆਪਣਾ ਅਕਸ ਬਚਾਉਂਦਿਆਂ ਉਸ ਦਾ ਅਕਸ ਜਿਹੜਾ ਉਹ ਖਤਮ ਹੋ ਗਿਆ ਪਿਛਲੇ ਸੰਦਰਭਾਂ ਦੇ ਵਿੱਚ, ਤੇ ਉਹਦੇ ਵਾਸਤੇ ਹੁਣ ਇਹ ਸਥਿਤੀ ਹੈ ਕਿ ਉਹ ਕੀ ਕਰੇ। ਇਸ ਲਈ ਉਹ ਮੰਥਨ ਦੀ ਸਥਿਤੀ ਜਾਂ ਕਿਉਂਕਿ ਉਸਦੀ
ਸਾਥੀ ਜਿਹੜੇ ਸਾਥ ਛੱਡਦੇ ਜਾ ਰਹੇ ਨੇ, ਕਾਂਗਰਸ ਪਾਰਟੀ ਦੇ ਵਿੱਚ ਉਹਦੇ ਖਿਲਾਫ ਖੁੱਲਾ ਵਿਦਰੋਹ ਹੋ ਰਿਹਾ, ਔਰ ਉਹ ਬੰਦਾ ਜਿਹੜਾ ਪਾਰਟੀ ਛੱਡ ਦੂਜੀ ਪਾਰਟੀਆਂ ਤੋਂ ਛੱਡ ਕੇ ਕਾਂਗਰਸ ਨੂੰ ਜੁਆਇਨ ਕੀਤਾ ਸੀ, ਉਹ ਸ਼ਰੇਆਮ ਕੈਪਟਨ ਅਮਰਿੰਦਰ ਨੂੰ ਸਵਾਲ ਕਰਕੇ ਉਹਨਾਂ ਦੀ ਜ਼ਿੰਮੇਵਾਰੀ ਦਾ ਅਹਿਸਾਸ ਕਰਾ ਰਿਹਾ, ਜਿਸ ਕਰਕੇ ਅਸੀਂ ਕਹਿ ਸਕਦੇ ਹਾਂ ਕਿ ਸਭ ਨੂੰ ਪਤਾ ਹੈ ਕਿ ਪ੍ਰਿਯੰਕਾ ਗਾਂਧੀ ਤੇ ਰਾਹੁਲ ਗਾਂਧੀ ਦੀ ਇਸ ਵਕਤ ਚੱਲ ਰਹੀ ਹੈ ਕਾਂਗਰਸ ਦੇ ਵਿੱਚ, ਉਹਨਾਂ ਦੇ ਨੇੜੇ ਨਵਜੋਤ ਸਿੰਘ ਸਿੱਧੂ ਹੈ ਤੇ ਲੋਕ ਆਵਾਜ਼ ਵੀ ਨਵਜੋਤ ਸਿੰਘ ਸਿੱਧੂ ਹੈ, ਜਿਸ ਦੀਆਂ ਕਨਸੂਆਂ ਹੁਣ ਕੈਪਟਨ ਅਮਰਿੰਦਰ ਸਿੰਘ ਦੇ ਧੜੇ ਨੂੰ, ਕੈਪਟਨ ਅਮਰਿੰਦਰ ਸਿੰਘ ਦੇ ਵਿਧਾਇਕਾਂ ਨੂੰ, ਕੈਪਟਨ ਅਮਰਿੰਦਰ ਸਿੰਘ ਦੇ ਮੰਤਰੀਆਂ ਨੂੰ ਲੱਗਣੀ ਸ਼ੁਰੂ ਹੋ ਗਈ ਹੈ। ਹਾਈ ਕਮਾਂਡ ਕੀ ਚਾਹੁੰਦੀ ਹੈ, ਕਿਹੜੇ ਲੀਡਰ ਨੂੰ ਚਾਹੁੰਦੀ ਹੈ, ਜਾਂ ਫਿਰ ਲੋਕ ਕਿਹੜੇ ਲੀਡਰ ਨੂੰ ਚਾਹੁੰਦੇ ਆ। ਉਸੇ ਕਰਕੇ ਹੀ ਸ਼ਾਇਦ ਕੈਪਟਨ ਅਮਰਿੰਦਰ ਸਿੰਘ ਦਾ ਜਿਹੜਾ ਖੇਮਾ ਵਾ ਉਹ ਖਾਲੀ ਹੁੰਦਾ ਜਾ ਰਿਹਾ, ਤੇ ਕੈਪਟਨ ਅਮਰਿੰਦਰ ਸਿੰਘ ਦੇ ਖੇਮੇ ਦੇ ਵਿੱਚੋਂ ਹੀ ਗਏ ਜਿਹੜੇ ਵਿਧਾਇਕਾਂ ਦੇ ਮੇਲੇ ਲੱਗਣੇ ਜਿਹੜੇ ਨਵਜੋਤ ਸਿੰਘ ਸਿੱਧੂ ਦੇ ਘਰੇ ਸ਼ੁਰੂ ਹੋ ਗਏ। ਦੇਖੋ, ਕੱਲ ਦੀ ਬਿਲਕੁਲ ਤੁਹਾਡੀ ਗੱਲ ਸਹਿਮਤ ਹਾਂ ਕਿ ਜੋ ਪੰਜਾਬ ਦੇ ਵਿੱਚ ਵਾਪਰਦਾ ਪਿਆ, ਕਾਂਗਰਸ ਹਾਈਕਮਾਨ ਉਸ ਨੂੰ ਨੋਟ ਕਰਦੀ ਪਈ ਆ। ਔਰ ਇਸ ਵਕਤ ਜਿਸ ਤਰ੍ਹਾਂ ਅਕਸਰ ਅਸੀਂ ਗੱਲ ਕਰਦੇ ਕਿ ਤਿੰਨ ਧੜੇ ਨੇ ਕਾਂਗਰਸ ਦੇ, ਜਿਹਦੇ ਵਿੱਚ ਇੱਕ ਜਿਨ੍ਹਾਂ ਵਿੱਚ ਇੱਕ ਬੀਬੀ ਸੋਨੀਆ ਗਾਂਧੀ ਦਾ ਹੈ, ਇੱਕ ਰਾਹੁਲ ਗਾਂਧੀ ਦਾ ਔਰ ਪ੍ਰਿਯੰਕਾ ਦਾ, ਉਹਨਾਂ ਦੋਵਾਂ ਦੀ ਸਪੋਰਟ ਜਿਹੜੀ ਆ ਉਹ ਨਵਜੋਤ ਸਿੱਧੂ ਨੂੰ ਹੈ। ਤਾਂ ਜਿਹੜੇ ਪੰਜਾਬ ਦੀ ਕਾਂਗਰਸ ਦੇ ਜਿਹੜੇ ਅਹੁਦੇਦਾਰ ਨੇ, ਵਿਧਾਇਕ ਨੇ, ਉਹ ਇਸ ਗੱਲ ਤੋਂ ਭਲੀ ਭਾਂਤ ਜਾਣੂ ਆ ਕਿ ਆਉਂਦੇ ਸਮੇਂ ਦੇ ਵਿੱਚ, ਸਿੱਧੂ ਸਾਹਿਬ ਇਹ ਗੱਲ ਮੈਂ ਦਾਅਵੇ ਨਾਲ ਕਹਿ ਰਿਹਾ ਕਿ ਆਉਂਦੇ ਸਮੇਂ ਦੇ ਵਿੱਚ ਪੰਜਾਬ ਕਾਂਗਰਸ ਦੇ ਵਿੱਚ ਇੱਕ ਭਾਰੀ ਤਬਦੀਲੀ ਹੋਣ ਜਾ ਰਹੀ ਹੈ। ਉਹ ਤਬਦੀਲੀ ਕਿਹੜੇ ਰੂਪ 'ਚ ਹੋਵੇਗੀ ਉਹਦਾ ਅੱਜ ਦੀ CWC ਦੀ ਮੀਟਿੰਗ ਤੋਂ ਬਾਅਦ ਪਤਾ ਲੱਗ ਜਾਏਗਾ। ਪਰ ਉਸ ਹੋਣ ਵਾਲੀ ਤਬਦੀਲੀ ਤੋਂ ਜਿਹੜੇ ਕਾਂਗਰਸੀ ਵਿਧਾਇਕ ਨੇ, ਹਮਾਇਤੀ ਨੇ, ਵਰਕਰ ਨੇ, ਅਹੁਦੇਦਾਰ ਨੇ, ਉਹ ਪੂਰਨ ਤੌਰ ਤੇ ਜਾਣੂ ਆ। ਤੁਹਾਡੀ ਜਾਣਕਾਰੀ ਵਾਸਤੇ ਮੈਂ ਦੱਸ ਦੇਵਾਂ, ਕੱਲ ਸੁਖਜਿੰਦਰ ਸਿੰਘ ਰੰਧਾਵੇ ਹੁਣੀ ਕੁਲਬੀਰ ਜੀਰੇ ਨੂੰ ਮਿਲੇ, ਜਿਹੜੇ ਜੀਰੇ ਤੋਂ MLA ਨੇ। ਉਹ ਬੇਸ਼ੱਕ ਕੁਲਬੀਰ ਜੀਰੇ ਹੁਣੀ ਇਹ ਕਹਿ ਰਹੇ ਨੇ ਕਿ ਇੱਕ ਰਸਮੀ ਮੁਲਾਕਾਤ ਸੀ, ਪਰ ਇਸ ਦੇ ਅਰਥ ਜਿਹੜੇ ਨੇ ਉਹ ਵੀ ਬੜੇ ਡੂੰਘੇ ਨੇ। ਜਿਸ ਤਰ੍ਹਾਂ ਤੁਸੀਂ ਇਹ ਗੱਲ ਕੀਤੀ ਕਿ ਉਸ ਦਾ ਹੁਣ ਖੇਮਾ ਜਿਹੜਾ ਉਹ ਖਾਲੀ ਹੁੰਦਾ ਜਾ ਰਿਹਾ, ਔਰ ਦੂਜੇ ਪਾਸੇ ਨਵਜੋਤ ਸਿੱਧੂ ਦਾ ਖੇਮਾ ਭਰਦਾ ਜਾ ਰਿਹਾ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਜਿਹੜੀ ਸਥਿਤੀ ਹੈ ਇਹ ਕੀ ਰੂਪ ਅਖਤਿਆਰ ਕਰੇਗੀ ਇਹ ਤਾਂ ਪਤਾ ਲੱਗੇਗਾ। ਪਰ ਮੈਂ ਇਹ ਗੱਲ ਦਾਅਵੇ ਨਾਲ ਕਹਿ ਰਿਹਾ ਕਿ ਜਿਹੜੇ ਆਉਂਦੇ ਕੁਝ ਦਿਨਾਂ 'ਚ ਪੰਜਾਬ ਕਾਂਗਰਸ ਦੇ ਵਿੱਚ ਭਾਰੀ ਤਬਦੀਲੀ ਜਿਹੜੀ ਹੋਣ ਜਾ ਰਹੀ ਆ, ਉਹਦੇ ਨਾਲ ਕੈਪਟਨ ਅਮਰਿੰਦਰ ਸਿੰਘ ਦੀ ਕੀ ਸਥਿਤੀ ਹੈ, ਉਹ ਬੈਕਫੁੱਟ ਤੇ ਜਾਏਗਾ ਜਾਂ ਉਸ ਨੂੰ ਘਰ ਬਾਲ ਦਿੱਤਾ ਜਾਵੇਗਾ, ਜਾਂ ਕੁਝ ਵੀ ਬਹੁਤ ਕੁਝ ਵਾਪਰੇਗਾ ਜਿਹੜਾ ਸਾਨੂੰ ਆਉਣ ਵਾਲਾ ਸਮਾਂ ਦੱਸੇਗਾ। ਇੱਕ ਗੱਲ ਮੈਂ ਹੋਰ ਕਰਾਂ, ਕਿਉਂਕਿ ਜਦੋਂ ਪਿਛਲੀਆਂ ਚੋਣਾਂ ਹੋਈਆਂ 2019 ਦੇ ਵਿੱਚ ਇਲੈਕਸ਼ਨ ਹੋਈ, ਉਸ ਵਕਤ ਇਹ ਗੱਲ ਆਮ ਤੌਰ ਤੇ ਹਰ ਬੰਦੇ ਦੀ ਜ਼ਬਾਨ ਤੇ ਸੀ, ਸਿਆਸੀ ਪੰਡਤ ਮਾਹਿਰ ਜਿਹੜੇ ਸੋਚਦੇ ਸੀ ਕਿ ਜੇਕਰ ਕੇਂਦਰ ਦੇ ਵਿੱਚ ਕਾਂਗਰਸ ਪਾਰਟੀ ਆ ਜਾਂਦੀ, UPA ਦੀ ਸਰਕਾਰ ਆ ਜਾਂਦੀ, ਤਾਂ ਮਹਾਰਾਜਾ ਅਮਰਿੰਦਰ ਸਿੰਘ ਨੂੰ ਕਿਸੇ ਦੇਸ਼ ਦਾ ਐਂਬੈਸਡਰ ਬਣਾ ਕੇ ਕਾਂਗਰਸ ਪਾਰਟੀ ਵੱਲੋਂ ਬਾਹਰ ਭੇਜਣ ਦੀ ਪੂਰਨ ਤੌਰ ਤੇ ਯੋਜਨਾ ਸੀ। ਔਰ ਪੰਜਾਬ ਦੀ ਵਾਗਡੋਰ ਜਿਹੜੀ ਆ ਉਹ ਉਸ ਵਕਤ ਨਵਜੋਤ ਸਿੱਧੂ ਦੇ ਹੱਥ ਵਿੱਚ ਕਾਂਗਰਸ ਹਾਈਕਮਾਨ ਸੋਚ ਰਹੀ ਸੀ। ਪਰ ਕਿਉਂਕਿ ਉਸ ਵਕਤ ਕਾਂਗਰਸ ਪਾਰਟੀ ਦੀ ਆਪਣੀ ਹਾਲਤ ਪਤਲੀ ਹੋ ਗਈ, ਜਿਸ ਕਰਕੇ ਉਹਨਾਂ ਨੂੰ ਕੈਪਟਨ ਅਮਰਿੰਦਰ ਸਿੰਘ ਨੂੰ ਹੀ ਪੰਜਾਬ ਦੇ ਵਿੱਚ ਮੁੱਖ ਮੰਤਰੀ ਬਣਾਉਣਾ ਪਿਆ ਸੀ। ਪਰ ਅੱਜ ਉਹ ਸਥਿਤੀਆਂ ਬਿਲਕੁਲ ਨਹੀਂ ਹਨ। ਅੱਜ ਜਿਹੜੀਆਂ ਸਥਿਤੀਆਂ ਨੇ, ਕੈਪਟਨ ਅਮਰਿੰਦਰ ਸਿੰਘ ਸਥਿਤੀ ਨੂੰ ਪੂਰਾ ਖੋਰਾ ਲਾ ਚੁੱਕੀਆਂ ਨੇ, ਤੇ ਦੂਜੇ ਪਾਸੇ ਹਾਈਕਮਾਨ ਨੇ ਆਪਣੀ ਪਾਰਟੀ ਦੀ ਸਾਖ ਬਚਾਉਣੀ ਆ, ਕਿਉਂਕਿ 2-3 ਸਟੇਟਾਂ ਅਜਿਹੀਆਂ ਨੇ ਜਿੱਥੇ ਕਾਂਗਰਸ ਪਾਰਟੀ ਦਾ ਬੋਲਬਾਲਾ। ਤੇ ਜੇਕਰ ਆਪਸੀ ਲੜਾਈ ਦੇ ਵਿੱਚ ਜਿਹੜੇ ਆਪਾਂ ਪ੍ਰੋਗਰਾਮ ਜਿਹੜਾ ਸਾਰਾ ਆਪਾਂ ਕੀਤਾ ਹੁਣ ਤੱਕ, ਜੋ ਉਹਦੇ ਵਿੱਚ ਚਰਚਾਵਾਂ ਬਣੀਆਂ, ਕਿਤੇ ਨਾ ਕਿਤੇ ਆਪਣੇ ਦਰਸ਼ਕਾਂ ਦੇ ਮਨ ਦੇ ਵਿੱਚ ਸਵਾਲ ਇਹ ਵੀ ਆ ਰਿਹਾ ਹੋਣਾ ਕਿ ਹੁਣ ਬਣੇਗਾ ਕੀ, ਕੈਪਟਨ ਅਮਰਿੰਦਰ ਸਿੰਘ ਇਸ ਸਥਿਤੀ ਦੇ ਵਿੱਚੋਂ ਨਿਕਲ ਪਾਉਣਗੇ ਵੀ ਜਾਂ ਨਹੀਂ। ਇਸ ਕਰਕੇ ਆਪਾਂ ਵੀ ਇਹ ਸਵਾਲ ਤੁਹਾਨੂੰ ਪੁੱਛਿਆ ਤੇ ਆਪਣੇ ਦਰਸ਼ਕਾਂ ਨੂੰ ਦੱਸਣ ਦੀ ਕੋਸ਼ਿਸ਼ ਕੀਤੀ। ਦਰਸ਼ਕਾਂ ਦੇ ਮਨ ਦੇ ਵਿੱਚ ਜ਼ਰੂਰ ਇਹ ਸਵਾਲ ਆਉਂਦਾ ਹੋਵੇਗਾ ਕਿ ਕੈਪਟਨ ਅਮਰਿੰਦਰ ਸਿੰਘ ਇਸ ਸਥਿਤੀ ਤੋਂ ਪਾਰ ਪਾ ਪਾਉਣਗੇ ਜਾਂ ਫਿਰ ਕੈਪਟਨ ਅਮਰਿੰਦਰ ਸਿੰਘ ਇਸ ਸਥਿਤੀ ਦੇ ਵਿੱਚ ਡੁੱਬ ਜਾਣਗੇ। ਦੇਖੋ, ਕੈਪਟਨ ਅਮਰਿੰਦਰ ਸਿੰਘ ਹੋਣਾ ਵਾਸਤੇ ਇਸ ਸਥਿਤੀ ਤੋਂ ਉਹਨਾਂ ਚਿਰ ਤੱਕ ਬਾਹਰ ਜਾਣਾ ਬਹੁਤ ਮੁਸ਼ਕਿਲ ਆ ਜਿੰਨਾ ਚਿਰ ਤੱਕ ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀ ਦੇ ਦੋਸ਼ੀਆਂ ਦੇ ਪ੍ਰਤੀ ਉਹਨਾਂ ਦਾ ਸਖਤ ਸਟੈਂਡ ਜਾਂ ਸਾਫ਼ ਜਿਹੜਾ ਪੱਖ ਜਿਹੜਾ ਉਹ ਸਾਹਮਣੇ ਨਹੀਂ ਆਉਂਦਾ। ਜਿੰਨਾ ਚਿਰ ਤੱਕ ਉਹ ਭੰਬਲ ਭੂਸੇ ਦੀ ਸਥਿਤੀ ਰੱਖਣਗੇ, ਦਿਨ ਬ ਦਿਨ ਉਹਨਾਂ ਦਾ ਗ੍ਰਾਫ ਥੱਲੇ ਜਾਵੇਗਾ। ਹਾਂ, ਜੇਕਰ ਆਉਂਦੇ ਕੁਝ ਦਿਨਾਂ ਦੇ ਵਿੱਚ ਉਹ ਇਸ ਦੇ ਸੰਬੰਧੀ ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀ ਔਰ ਨਵੀਂ ਜਿਹੜੀ ਸਿੱਟ ਬਣਾਈਆਂ ਇਹਦੇ ਪ੍ਰਤੀ ਕੋਈ ਸਟੈਂਡ ਲੈਂਦੇ ਨੇ ਔਰ ਸਪਸ਼ਟ ਲੈਂਦੇ ਨੇ, ਤਾਂ ਫਿਰ ਸ਼ਾਇਦ ਉਹ ਇਸ ਸਥਿਤੀ ਚੋਂ ਨਿਕਲ ਸਕਣ। ਪਰ ਇਸ ਤਰ੍ਹਾਂ ਦੇ ਹਾਲਾਤ ਜਿਹੜੇ ਆ ਉਹ ਲੱਗ ਨਹੀਂ ਰਹੇ। ਆਉਂਦੇ ਜਿਹੜੇ ਦਿਨ ਹਨ ਉਹ ਕੈਪਟਨ ਅਮਰਿੰਦਰ ਸਿੰਘ ਹੋਣਾ ਵਾਸਤੇ ਹੋਰ ਜਿਹੜੇ ਨੇ ਮਾੜੇ ਹੋ ਸਕਦੇ ਆ ਔਰ ਉਹਨਾਂ ਦੀ ਸਥਿਤੀ ਨੂੰ ਖੋਰਾ ਲੱਗ ਸਕਦਾ। ਹਾਂ, ਇਹ ਗੱਲ ਜਿਹੜੀ ਆ, ਇਹ ਗੱਲ ਦੂਸਰੇ ਪਾਸੇ ਇਹ ਵੀ ਸੱਚ ਆ ਕਿ ਹਾਈਕਮਾਨ ਕੈਪਟਨ ਅਮਰਿੰਦਰ ਸਿੰਘ ਹੋਣਾ ਨੂੰ ਇਹਨਾਂ ਦਿਨਾਂ ਦੇ ਵਿੱਚ, ਜਦੋਂ ਚੋਣਾਂ ਦੇ ਵਿੱਚ ਕੇਵਲ 5 ਜਾਂ 7 ਮਹੀਨੇ ਰਹਿ ਗਏ ਹੋਣ, ਉਹਨਾਂ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਲਾਂਭੇ ਕਰਕੇ ਤਾਂ ਕੋਈ ਨਵੇਂ ਬੰਦੇ ਨੂੰ ਉੱਥੇ ਮੁੱਖ ਮੰਤਰੀ ਬਣਾ ਦੇਣ, ਇਸ ਤਰ੍ਹਾਂ ਦੀ ਜਿਹੜੀ ਸਥਿਤੀ ਨਹੀਂ ਹੋਵੇਗੀ। ਪਰ ਕੈਪਟਨ ਨਵੀਂ ਪਾਰੀ ਦੇ ਸਮਾਂ ਬੰਦਾ ਜ਼ਰੂਰ ਹੋ ਸਕਦਾ, ਪਰ ਇਸ ਵਾਰੀ ਹਲੇ ਔਖਾ ਹੋ ਸਕਦਾ। ਨਵੀਂ ਪਾਰੀ ਜਿਹੜੀ ਹੈ
ਉਹ ਨਵੇਂ ਘੋੜੇ ਦੇ ਨਾਲ ਖੇਡੀ ਜਾ ਸਕਦੀ ਹੈ। ਪੁਰਾਣੇ ਘੋੜਿਆਂ ਨੂੰ ਕਾਂਗਰਸ ਹਾਈਕਮਾਨ ਸ਼ਾਇਦ ਇਸ ਵਾਰ ਮੈਦਾਨ 'ਚ ਨਹੀਂ ਉਤਾਰੇਗੀ, ਕਿਉਂਕਿ ਹੁਣ ਜਿਹੜਾ ਹੈ ਸਥਿਤੀਆਂ ਪੰਜਾਬ ਦੀ ਕੁਝ ਹੋਰ ਤਰ੍ਹਾਂ ਦੀਆਂ ਹੋ ਚੁੱਕੀਆਂ ਨੇ, ਜਿਹਦੇ ਵਿੱਚ ਕੈਪਟਨ ਅਮਰਿੰਦਰ ਦੀ ਸਥਿਤੀ ਜਿਹੜੀ ਆ ਉਹ ਦਿਨ ਦਿਨ ਥੱਲੇ ਡਿੱਗਦੀ ਜਾ ਰਹੀ ਹੈ। ਔਰ ਇਸ ਗੱਲ ਤੋਂ ਕੈਪਟਨ ਅਮਰਿੰਦਰ ਸਿੰਘ ਹੁਣ ਵੀ ਭਲੀ ਭਾਂਤ ਜਾਣੂ ਹਨ। ਬਾਕੀ ਅੱਜ ਜਿਹੜੀ CWC ਦੀ ਮੀਟਿੰਗ ਹੋ ਰਹੀ ਆ, ਉਹਦੇ ਵਿੱਚੋਂ ਬੜਾ ਕੁਝ ਨਿਕਲ ਕੇ ਆਉਣ ਦੀ ਬਾਹਰ ਸੰਭਾਵਨਾ ਹੈਗੀ ਆ ਕਿ ਕਾਂਗਰਸ ਹਾਈਕਮਾਨ ਕਿਸ ਤਰੀਕੇ ਨਾਲ ਸੋਚ ਰਹੀ ਹੈ। ਬਾਕੀ ਸਾਡੇ ਵੱਲੋਂ ਜੋ ਕਿਆਸ ਰਹੀਆਂ ਹਨ ਉਹ ਤਾਂ ਇਹੋ ਹੀ ਹਨ ਕਿ ਆਉਂਦੇ ਦਿਨ ਜਿਹੜੇ ਨੇ ਪੰਜਾਬ ਕਾਂਗਰਸ ਵਾਸਤੇ ਕਾਫੀ ਜਿਹੜੇ ਚੁਣੌਤੀਪੂਰਵਕ ਹੋ ਸਕਦੇ ਨੇ। ਉਹਨਾਂ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਵਾਸਤੇ ਇਹ ਖਾਸ ਤੌਰ ਤੇ ਕੈਪਟਨ ਅਮਰਿੰਦਰ ਸਿੰਘ ਹੋਣਾ ਕਰਕੇ। ਬਿਲਕੁਲ। ਤਾਂ ਅਣਖੀ ਸਾਹਿਬ, ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜੇ, ਪੂਰੀ ਸਥਿਤੀ ਚੋਂ ਸਾਡੇ ਦਰਸ਼ਕਾਂ ਨੂੰ ਜਿਹੜਾ ਜਾਣੂ ਕਰਵਾਇਆ, ਆਪਣਾ ਕੀਮਤੀ ਸਮਾਂ ਦਿੱਤਾ, ਤੁਹਾਡਾ ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ ਬਹੁਤ। ਤਾਂ ਇਹ ਸਨ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ, ਜਿਨ੍ਹਾਂ ਦੇ ਵੱਲੋਂ ਇਸ ਪੂਰੇ ਮਾਮਲੇ ਦੇ ਉੱਪਰ ਸਾਡੇ ਨਾਲ ਵਿਸਥਾਰਪੂਰਵਕ ਜਾਣਕਾਰੀ ਜਿਹੜੀ ਸਾਡੇ ਨਾਲ ਸਾਂਝੀ ਕੀਤੀ ਗਈ ਹੈ, ਵਿਸਥਾਰਪੂਰਵਕ ਜਿਹੜੀ ਵਿਚਾਰ ਚਰਚਾ ਕੀਤੀ ਗਈ ਹੈ। ਉਮੀਦ ਕਰਦੇ ਹਾਂ ਕਿ ਅਣਖੀ ਸਾਹਿਬ ਹੋਰਾਂ ਦੇ ਵਿਚਾਰ ਤੁਹਾਨੂੰ ਜ਼ਰੂਰ ਪਸੰਦ ਆਏ ਹੋਣਗੇ, ਸਾਡਾ ਇਹ ਪ੍ਰੋਗਰਾਮ ਵੀ ਜ਼ਰੂਰ ਪਸੰਦ ਆਇਆ ਹੋਏਗਾ। ਦੁਬਾਰਾ ਫਿਰ ਮਿਲਾਂਗੇ ਇਸ ਪ੍ਰੋਗਰਾਮ ਦੇ ਵਿੱਚ ਕੁਝ ਨਵੇਂ ਤੇ ਅਹਿਮ ਵਿਸ਼ਿਆਂ ਦੇ ਨਾਲ। ਤਦ ਤੱਕ ਲਈ ਦਿਓ ਇਜਾਜ਼ਤ। ਧੰਨਵਾਦ।